ਵੀ ਅਕਸਰ ਪੰਜਾਬੀਆਂ ਦੇ ਉੱਤੇ ਇਹ ਇਲਜ਼ਾਮ ਲਾਇਆ ਜਾਂਦਾ ਜੀ ਵੀ ਪੰਜਾਬੀ ਤਾਂ ਪੜ੍ਹਦੇ ਨਹੀਂ। ਸੋ 1947 ਤੋਂ ਪਹਿਲਾਂ ਵਾਰਿਸ ਸ਼ਾਹ ਦੀ ਜਿਹੜੀ ਹੀਰ ਸੀ ਜੋ 1 ਲੱਖ ਵਿਕਦੀ ਸੀ ਮਾਰਕੀਟ ਦੇ ਵਿੱਚ, ਤੇ ਕਦੇ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਆ ਵੀ 1947 ਤੋਂ ਪਹਿਲਾਂ ਤਾਂ ਉਹ ਕਿਤਾਬ 1 ਲੱਖ ਵਿਕਦੀ ਸੀ, ਇਹਦਾ ਮਤਲਬ ਪੰਜਾਬੀ ਪੜ੍ਹਦੇ ਹੋਣਗੇ ਹਰੇਕ ਸਾਲ। ਪੰਜਾਬੀਆਂ ਨੇ ਪੜ੍ਹਨਾ ਕਦੋਂ ਛੱਡਿਆ? 1950 ਦੇ ਵਿੱਚ, 1960 ਦੇ ਵਿੱਚ, 1970 ਚ, 1980 ਚ, 1990 ਚ, 2000 ਚ, ਜਾਂ ਉਸ ਤੋਂ ਬਾਅਦ। ਸਾਡੇ ਕੋਲ ਆ ਕੇ ਪੁੱਛਦੇ ਕਿਤਾਬ ਕਾਹਦੇ ਬਾਰੇ? ਅਸੀਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਆ, ਇਹਦੇ ਵਿੱਚ ਉਹਨਾਂ ਦੇ ਫਲਸਫੇ ਬਾਰੇ ਆ, ਇਸ ਕਿਤਾਬ ਦੇ ਵਿੱਚ ਗੱਲਬਾਤ ਕੀਤੀ ਹੋਈ ਜੀ। ਬਹੁ ਗਿਣਤੀ ਦੇ ਵਿੱਚ ਪਹਿਲਾਂ ਤਾਂ ਪਿੱਛੇ ਹਟ ਕੇ ਕੋਈ ਜੁੱਤੀ ਲਾਉਣ ਜਾਂਦੇ ਸੀ ਜੀ, ਜੁੱਤੀ ਲਾ ਕੇ ਸਾਡੇ ਕੋਲੋਂ ਕਿਤਾਬ ਫੜ ਕੇ ਪਹਿਲਾਂ ਉਹ ਆਪਣੇ ਸਿਰ ਦੇ ਉੱਤੇ ਰੱਖਦੇ ਸੀ, ਸਿਰ ਤੇ ਰੱਖਣ ਤੋਂ ਬਾਅਦ ਫਿਰ ਛਾਤੀ ਦੇ ਨਾਲ ਲਾ ਕੇ ਘੁੱਟਦੇ ਸੀ ਉਹਨੂੰ। ਜੀ ਜੀ ਆਪਣੇ ਆਪ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਜਾਂ ਪਹਿਲਾਂ ਜਿਹੜੀ ਵਿਗਨਿੰਗ ਆ, ਜਿਹੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਇਦੋਂ ਵੱਡੀ ਸਾਹਿਬਜ਼ਾਦਿਆਂ ਵਾਸਤੇ ਸੱਚੀ ਸੁੱਚੀ ਸ਼ਰਧਾਂਜਲੀ ਕਿਹੜੀ ਗੀਤ ਦੇ ਵਿੱਚ ਹੋ ਸਕਦੀ ਆ ਜਦੋਂ ਤੁਸੀਂ ਉਹ ਗੱਲ ਕਰਦੇ ਆ। 20 ਕਰੋੜ ਤੋਂ ਉੱਤੇ ਦੀਆਂ ਕਿਤਾਬਾਂ ਹੁਣ ਤੱਕ ਪੰਜਾਬੀ ਸੱਥ ਆ ਜਿਹੜੀ ਉਹਦਾ ਛਿੱਟਾ ਦੇ ਚੁੱਕੀ ਆ। ਮੈਂ ਤਾਂ ਚੰਗੇ ਬੀਜ ਦਾ ਛਿੱਟਾ ਦੁਨੀਆ ਦੇ ਵਿੱਚ ਦੇਣਾ ਤੇ ਫਿਰ ਉਸੇ ਅਸੀਂ ਫਸਲ ਦੀ ਆਸ ਤਾਂ ਚੰਗੀ ਕਰਨੀ ਆ। ਜਿਹੜੇ ਦੇਸ਼ ਦੇ ਵਿੱਚ 20 ਕਿਤਾਬਾਂ ਗਈਆਂ, ਇਹ ਪੰਜਾਬੀਆਂ ਨੇ ਜਿਹੜੇ ਸ਼ਬਦਾਂ ਦੇ ਵਿੱਚ ਸਿਫਤਸਲਾਹ ਕੀਤੀ ਆ ਜੀ, ਮੇਰਾ ਖਿਆਲ ਹੈ ਵੀ ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸੰਸਥਾ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੰਨੀ ਸਿਫਤਸਲਾਹ ਪੰਜਾਬੀਆਂ ਨੇ ਕੀਤੀ ਹੋਵੇ। ਇਹ ਸਦੀਆਂ ਦੀ ਆਪਾਂ ਗੱਲ ਕਰਨੀ ਹੋਵੇ, ਪਤਾ ਨਹੀਂ ਕਿੰਨੀਆਂ ਸਦੀਆਂ ਦਾ ਇਤਿਹਾਸ ਹੈ ਸੱਥ ਦੇ ਪਿੱਛੇ। ਬਿਲਕੁਲ ਹੈਗਾ ਜੀ। ਜਿੱਥੇ ਕਿਤੇ ਪਰਿਆ ਜੁੜਦੀ ਸੀ, ਸੱਥ ਜੁੜਦੀ ਸੀ, ਜਿੱਥੇ ਬਜ਼ੁਰਗ ਸਾਡੇ ਬੈਠੇ ਸੀ, ਉਹ ਜ਼ਿੰਦਗੀ ਦਾ ਕਿਹੜਾ ਫੈਸਲਾ ਸੀ ਜਿਹੜਾ ਸੱਥ ਨਾਲ ਸੀ ਕਰਦੀ। ਨਾ ਆਉਣ ਵਾਲੇ ਦੀ ਜ਼ਾਤ ਪੁੱਛੀ ਜਾਂਦੀ ਸੀ, ਨਾ ਉਹਦਾ ਧਰਮ ਪੁੱਛਿਆ ਜਾਂਦਾ ਸੀ, ਨਾ ਉਸ ਬੰਦੇ ਦੇ ਬਾਰੇ ਕੁਝ ਜਾਣਿਆ ਜਾਂਦਾ ਸੀ ਵੀ ਇਹਦਾ ਖਾਨਦਾਨ ਉੱਚਾ ਹੈ ਜਾਂ ਨੀਵਾਂ ਹੈ ਜੀ। ਤੁਸੀਂ ਕਿਸੇ ਦੇਸ਼ ਦੇ ਵਿੱਚ ਚਲੇ ਗਏ, ਉੱਥੇ ਤੁਹਾਨੂੰ ਕੋਈ ਜਾਣਦਾ ਨਹੀਂ, ਤੁਹਾਡੇ ਲਈ ਕਿਸੇ ਨੇ ਦਰਵਾਜ਼ਾ ਖੋਲ੍ਹ ਦਿੱਤਾ, ਜਦੋਂ ਤੁਸੀਂ ਉੱਥੋਂ ਵਾਪਸ ਆਉਣ ਲੱਗੇ ਆ ਤੇ ਪਰਿਵਾਰ ਦੇ ਮੈਂਬਰ ਜਦੋਂ ਵਿਦਾਇਗੀ ਦੇ ਸਮੇਂ ਉੱਤੇ ਤੁਹਾਨੂੰ ਦਰਵਾਜ਼ੇ ਤੇ ਤੋਰਨ ਜਾਂਦੇ ਆ ਤੇ ਸਾਰਿਆਂ ਦੇ ਸਾਰੇ ਪ੍ਰਾਣੀਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ। ਇਹ ਕਮਾਈ ਹੈ ਜੀ ਅਸਲੀ, ਇਹ ਜ਼ਿੰਦਗੀ ਦੀ ਕਮਾਈ ਹੈ, ਅਸਲੀ ਕਮਾਈ ਹੈ। ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਣੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਜਿੱਥੋਂ ਜਿੱਥੋਂ ਜੁੜੇ ਹੋ ਚੜ੍ਹਦੀ ਕਲਾ 'ਚ ਹੋਵੋਗੇ। ਅਸੀਂ ਚੜ੍ਹਦੀ ਕਲਾ 'ਚ ਹਾਂ ਜੀ, ਤੇ ਯੂਕੇ ਦੇ ਜਿਹੜੇ ਦੌਰੇ 'ਤੇ ਆ, ਤੇ ਇਸ ਦੌਰਾ ਜੇ ਕਹਿੰਦੇ ਨਹੀਂ ਹੁੰਦੇ ਇੰਗਲੈਂਡ ਦਾ ਦੌਰਾ ਹੋਵੇ ਤੇ ਤੁਸੀਂ ਬਰਮਿੰਘਮ ਸ਼ਹਿਰ 'ਚ ਆਏ ਹੋ ਤੇ ਮੋਤਾ ਸਿੰਘ ਸਰਾਏ ਜੀ ਨੂੰ ਨਾ ਮਿਲੋ ਤਾਂ ਇਹ ਹੋ ਨਹੀਂ ਸਕਦਾ। ਇਹਨਾਂ ਦੀ ਮੇਜ਼ਬਾਨੀ ਨਾ ਲਓ, ਇਹ ਹੋ ਨਹੀਂ ਸਕਦਾ, ਕਿਉਂਕਿ ਇਹ ਤਾਂ ਬਲ ਪਾ ਕੇ ਲਿਆਉਂਦੇ ਆ ਬੰਦਿਆਂ ਨੂੰ ਵੀ ਆਓ ਜੀ ਤੁਹਾਡੀ ਅਸੀਂ ਸੇਵਾ ਕਰੀਏ। ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ, ਪਰ ਮੈਨੂੰ ਪਤਾ ਇਹਨਾਂ ਦੇ ਹਿੱਸੇ ਆਇਆ। ਮੇਰੀ ਚਾਹੇ ਇਹਨਾਂ ਨਾਲ ਅੱਜ ਪਹਿਲੀ ਮੁਲਾਕਾਤ ਆ, ਪਰ ਰੂਹਾਂ ਦੀ ਮੇਲ ਬਹੁਤ ਪਹਿਲਾਂ ਤੋਂ ਹੋ ਚੁੱਕਿਆ, ਬਹੁਤ ਪਹਿਲਾਂ ਤੁਸੀਂ ਇੱਕ ਦੂਜੇ ਦੇ ਸੰਪਰਕ 'ਚ ਆ, ਪਰ ਮੈਨੂੰ ਅੱਜ ਸਬੱਬ ਮਿਲਿਆ ਇਹਨਾਂ ਨੂੰ ਪਹਿਲੀ ਵਾਰ ਮਿਲਣ ਦਾ। ਤੇ ਅੱਜ ਆਪਾਂ ਇਹਨਾਂ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ, ਪਰ ਆਉਣ ਵਾਲੇ ਦਿਨਾਂ 'ਚ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਬਹੁਤ ਸਾਰੀ ਇਹਨਾਂ ਤੋਂ ਅਸੀਂ ਜਿਹੜੀ ਜਾਣਕਾਰੀ ਆ, ਬਹੁਤ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਤੱਕ ਪੁੱਜਦੀਆਂ ਕਰੀਏ ਇਸ ਚੈਨਲ ਜ਼ਰੀਏ। ਜੇਕਰ ਹੁਣ ਮੈਂ ਅੱਜ ਦੀ ਗੱਲ ਦੀ ਗੱਲ ਕਰਾਂ ਤਾਂ ਉਹ ਕਰਨੀ ਆ ਅੱਜ ਆਪਾਂ ਕਿਤਾਬਾਂ 'ਤੇ ਗੱਲ, ਤੇ ਖਾਸ ਤੌਰ ਦੇ ਉੱਤੇ ਮੈਂ ਜਿਹੜੇ ਤਾਂ ਇਹਨਾਂ ਦਾ ਨਾਂ ਹੀ ਕਾਫੀ ਵਾਲੀ ਗੱਲ ਆ, ਜਿਹੜੇ ਲਿਟਰੇਰੀ ਲੋਕ ਤਾਂ ਜਾਣਦੇ ਆ, ਪਰ ਬਹੁਤੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿਆਂ ਵੀ ਜੇ ਪੰਜਾਬੀ ਕਿਤਾਬਾਂ ਦਾ ਛਿੱਟਾ ਵਰਲਡ ਵਾਈਡ ਕਿਸੇ ਬੰਦੇ ਨੇ ਦਿੱਤਾ ਤੇ ਉਹ ਇਨਸਾਨ ਆ। ਸੋ ਸਤਿ ਸ਼੍ਰੀ ਅਕਾਲ ਬਾਬਾ ਜੀ। ਵੀਰ ਮੇਰੇ, ਤੁਹਾਡਾ ਤੇ ਦਰਸ਼ਕਾਂ ਦਾ ਮੈਂ ਧੰਨਵਾਦ ਇਸ ਗੱਲ ਦੇ ਲਈ ਕਰਨਾ ਚਾਹੁੰਦਾ, ਕਿਉਂਕਿ ਜਿੰਨੀ ਦੇਰ ਤੱਕ ਬੰਦੇ ਨੂੰ ਹੱਲਾਸ਼ੇਰੀ ਨਹੀਂ ਮਿਲਦੀ ਉਹ ਕੋਈ ਕੰਮ ਨਹੀਂ ਕਰ ਸਕਦਾ ਜੀ। ਸੋ ਪਹਿਲੀ ਗੱਲ ਵੀ ਤੁਸੀਂ ਯੂਕੇ ਦੀ ਧਰਤੀ ਉੱਤੇ ਇਹ ਪਹਿਲੀ ਵਾਰ ਆਏ ਆ ਤੇ ਇਸ ਜਗ੍ਹਾ ਦੇ ਉੱਤੇ ਤੁਸੀਂ ਇਹ ਪਹਿਲੀ ਵਾਰ ਚਰਨ ਪਾ ਰਹੇ ਹੋ, ਤੇ ਮੈਂ ਅਸਲ ਵਿੱਚ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਦਾ ਜ਼ਿੰਦਗੀ ਦਾ, ਸਬੱਬ ਬਣਦਾ, ਤੇ ਮੈਂ ਆਪਣੇ ਵੱਡੇ ਵੀਰ ਮਿੱਤਰ ਸਤਿਕਾਰਯੋਗ ਸਰਦਾਰ ਅਜੈਬ ਸਿੰਘ ਗਾਚਾ ਸਾਹਿਬ ਉਹਨਾਂ ਦਾ ਵੀ ਇਸ ਗੱਲ ਦੇ ਲਈ ਧੰਨਵਾਦ ਕਰਾਂ ਵੀ ਕਮ ਸੇ ਕਮ ਜਦੋਂ ਤੁਸੀਂ ਆਏ ਮੇਰੀ ਬਹੁਤੀ ਸਿਹਤ ਠੀਕ ਨਹੀਂ, ਤੁਹਾਨੂੰ ਪਤਾ ਹੀ ਆ ਮੈਂ ਇੰਨੀ ਭੱਜ ਨੱਠ ਨਹੀਂ ਕਰ ਸਕਦਾ ਸੀ, ਉਹਨਾਂ ਨੇ ਭੱਜ ਨੱਠ ਕਰਕੇ ਕਿਉਂਕਿ ਮੈਂ ਬਹੁਤ ਵਾਰ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਵੱਡੀਆਂ ਸ਼ਖਸੀਅਤਾਂ ਜਿਹੜੇ ਸਮਾਜ ਸੱਭਿਆਚਾਰ ਬੋਲੀ ਵਿਰਾਸਤ ਜਾਂ ਕਦਰਾਂ ਕੀਮਤਾਂ ਲਈ ਜਿਹੜਾ ਵੀ ਕੋਈ ਪੁਰਾਣੀ ਕੰਮ ਕਰਦਾ, ਇੱਕ ਤਾਂ ਗੱਲ ਇਹ ਜ਼ਰੂਰ ਆ ਵੀ ਖਾਲਾ ਜੀ ਦਾ ਬਾੜਾ ਨਹੀਂ,
ਤੇ ਦੂਸਰੀ ਗੱਲ ਆ ਵੀ ਉਹਨਾਂ ਨੂੰ ਸਾਂਭਣਾ, ਉਹਨਾਂ ਦੀ ਸਾਂਭ ਸੰਭਾਲੇ ਕਰਨੀ ਵੀ ਇੱਕ ਹਾਥੀ ਨੂੰ ਬੰਨਣ ਦੇ ਬਰਾਬਰ ਹੀ ਆ। ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਕਿਉਂਕਿ ਲੋੜਾਂ ਬੇਸ਼ੱਕ ਉਹਨਾਂ ਦੀਆਂ ਸੀਮਿਤ ਵੀ ਹੋਣ, ਪਰ ਫਿਰ ਵੀ ਉਹਨਾਂ ਵੱਲ ਧਿਆਨ ਦੇਣਾ। ਤੇ ਸਾਡੀ ਇਹ ਖੁਸ਼ਕਿਸਮਤੀ ਆ ਬਹੁਤ ਵੱਡੀ, ਅੱਜ ਤੁਸੀਂ ਯੂਰਪੀ ਪੰਜਾਬੀ ਸੱਥ ਦੇ ਇਹ ਵਿਹੜੇ ਵਿੱਚ ਆਏ ਹੋ, ਤੇ ਉਸ ਗੱਲ ਦੇ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ। ਬਿਲਕੁਲ ਜੀ, ਤੁਸੀਂ ਪੰਜਾਬੀ ਸੱਥ ਦਾ ਜ਼ਿਕਰ ਕੀਤਾ ਤੇ ਖੁਸ਼ਕਿਸਮਤ ਆ, ਉਹਦੇ ਅੱਖ ਨੂੰ ਆਪਾਂ ਜਿੱਤ ਨਹੀਂ ਸਕਣਾ ਇੱਕ ਦੂਜੇ ਤੋਂ। ਮੈਂ ਕਹੂੰਗਾ ਮੈਂ ਜ਼ਿਆਦੇ ਹਾਂ ਤੇ ਤੁਸੀਂ ਕਹੋਗੇ ਤੁਸੀਂ ਜ਼ਿਆਦੇ ਹੋ। ਸੋ ਇਸ ਗੱਲ ਆਪਾਂ ਦਰਸ਼ਕਾਂ ਦੇ ਛੱਡਦੇ ਹਾਂ, ਤੇ ਦਰਸ਼ਕ ਜ਼ਰੂਰ ਐਂਡ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਐਂਡ ਤੇ ਕਈ ਵਾਰੀ ਮੈਨੂੰ ਪੁੱਛ ਲੈਂਦੇ ਆ ਵੀ ਤੁਹਾਡਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਜਾਂ ਕਿਤੋਂ ਪ੍ਰਭਾਵਿਤ ਆ, ਜਾਂ ਕਿੰਨਾ ਚੀਜ਼ਾਂ ਤੋਂ ਪ੍ਰਭਾਵਿਤ ਆ, ਤੇ ਉਹਨਾਂ 'ਚੋਂ ਇੱਕ ਤੁਹਾਡਾ ਜ਼ਿਕਰ ਵੀ ਆਉਂਦਾ ਵੀ ਜੇਕਰ ਪੰਜਾਬੀ ਦੀ ਕਿਤਾਬਾਂ ਦੀ ਗੱਲ ਹੁੰਦੀ ਆ ਜਾਂ ਲਾਇਬ੍ਰੇਰੀਆਂ ਖੋਲ੍ਹਣ ਦੀ ਗੱਲ ਆਉਂਦੀ ਆ ਤਾਂ ਤੁਹਾਡਾ ਸਾਨੂੰ ਐਂ ਲੱਗਦਾ ਵੀ ਇੱਕ ਬਹੁਤ ਵੱਡਾ ਹੱਥ ਆ ਸਾਡੇ ਸਿਰ ਦੇ ਉੱਤੇ। ਸੋ ਪੰਜਾਬੀ ਸੱਥ ਦੀ ਗੱਲ ਆਉਂਦੀ ਆ, ਪਹਿਲਾਂ ਤਾਂ ਆਪਾਂ ਥੋੜ੍ਹੀ ਇਹ ਜ਼ਿਕਰ ਕਰਨਾ ਵੀ ਕਿਤਾਬਾਂ ਨਾਲ ਮੋਹ ਕਦੋਂ ਪਿਆ। ਇਹ ਕਿਤਾਬਾਂ ਨਾਲ ਮੋਹ ਤਾਂ ਮੈਂ ਇਹ ਗੱਲ ਕਹਾਂਗਾ ਕਿ ਮੈਨੂੰ ਆਪ ਨਹੀਂ ਚੇਤੇ, ਜੇ ਤੁਸੀਂ ਮੈਨੂੰ ਪੁੱਛਣਾ। ਤੇ ਇਸ ਤਰ੍ਹਾਂ ਸੀ ਵੀ ਘਰ ਦੇ ਵਿੱਚ ਲਿਟਰੇਰੀ ਮਾਹੌਲ ਨਾ ਹੋਣ ਦੇ ਬਾਵਜੂਦ ਵੀ ਇਹ ਫਾਦਰ ਸਾਹਿਬ ਹੋਣਾ ਨੂੰ ਜਿਹੜੇ ਜ਼ਿੰਦਗੀ ਦੇ ਜਿਹੜੇ ਅਸਲੀ ਜ਼ਿੰਦਗੀ ਦੇ ਜਿਹੜੇ ਕਿੱਸੇ ਆ ਜੀ, ਉਹਨਾਂ ਨੂੰ ਪੜ੍ਹਨ ਪੜ੍ਹਾਉਣ ਦਾ ਸ਼ੌਕ ਸੀ। ਤੇ ਮੈਨੂੰ ਕਦੋਂ ਚੇਤਕ ਲੱਗੀ ਉਹਨਾਂ ਨੂੰ ਪੜ੍ਹਨ ਦੇ ਵਾਸਤੇ, ਤੇ ਆਮ ਤੁਰੇ ਫਿਰਦੇ ਵੀ ਉਹ ਅਕਸਰ ਜਦੋਂ ਗੱਲਾਂ ਬਾਤਾਂ ਕਰਦੇ, ਮੈਂ ਹੁਣ ਸੋਚਦਾ ਉਹਦੇ ਮੀਨਿੰਗ ਬੜੇ ਵੱਡੇ ਹੁੰਦੇ ਸੀ। ਉਹਨਾਂ ਨੇ ਇੱਕ ਗੱਲ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੇ ਵਿੱਚੋਂ, ਰੀਸਾਂ ਜਿਨ੍ਹਾਂ ਦੀਆਂ ਕਰਦੇ ਮਿਰਜ਼ਿਆਂ ਦੇ ਡੇਰੇ ਉਹਨਾਂ ਦੇ ਦੂਰ, ਇਹ ਮੈਨੂੰ ਇੱਥੇ ਯੂਕੇ ਆ ਕੇ ਇਹਦੇ ਅਰਥ ਪਤਾ ਲੱਗਣਾ ਸ਼ੁਰੂ ਹੋਇਆ। ਤੇ ਨਿੱਕੀਆਂ ਨਿੱਕੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਅਕਸਰ ਤੁਰੇ ਫਿਰਦੇ, ਚਾਹੇ ਵਾਰਿਸ ਸ਼ਾਹ ਦੀ ਹੀਰ ਦੀ ਗੱਲ ਕਰਦੇ ਆ, ਚਾਹੇ ਚਾਹਣੀ ਕੌਲਾਂ ਦੀ ਗੱਲ ਕਰਦੇ ਆ, ਚਾਹੇ ਪੂਰਨ ਭਗਤ ਦੀ ਗੱਲ ਕਰਦੇ ਆ। ਤੇ ਮੈਂ ਮਹਿਸੂਸ ਕਰਦਾ ਵੀ ਜਿਹੜਾ ਮੇਰਾ ਲਿਟਰੇਰੀ ਇੰਟਰਸਟ ਆ, ਜਦੋਂ ਮੈਂ ਸਕੂਲ ਦੇ ਵਿੱਚ ਵੀ ਗਿਆ, ਮੈਨੂੰ ਤੀਜੀ ਕਲਾਸ ਦੇ ਵਿੱਚ ਜਿਹੜੀਆਂ ਆਪਾਂ ਨੂੰ ਕਵਿਤਾਵਾਂ ਲੱਗਦੀਆਂ ਹੁੰਦੀਆਂ ਸੀ ਕਿ ਨਹੀਂ ਜੀ, ਸਕੂਲ ਦੇ ਵਿੱਚ ਖਾਓ ਟਮਾਟਰ ਲਾਲ ਲਾਲ, ਚਿਹਰਾ ਹੋ ਜਾਏ ਲਾਲ ਗਲਾਲ, ਗਾਜਰ ਖਾ ਤੂੰ ਤਾਜੀ ਤਾਜੀ, ਤਾਕਤ ਵਧੇ ਸਦਾ ਰਹਿ ਰਾਜੀ। ਉਹ ਮੈਨੂੰ ਅੱਜ ਵੀ ਇਦਾਂ ਚੇਤੇ ਆ ਵੀ ਜਿੱਦਾਂ ਕੱਲ ਪੜ੍ਹੀਆਂ ਹੁੰਦੀਆਂ। ਹਾਲਾਂਕਿ ਤੀਜੀ ਕਲਾਸ ਦੀ ਗੱਲ ਆ, ਚੌਥੀ ਪੰਜਵੀਂ 'ਚ ਥੋੜ੍ਹੀਆਂ ਉੱਪਰਲੇ ਲੈਵਲ ਦੀਆਂ ਕਵਿਤਾਵਾਂ ਆਈਆਂ। ਪ੍ਰੋਫੈਸਰ ਮੋਹਨ ਸਿੰਘ ਦੀ ਵਾਗਾਂ ਛੱਡਦੇ ਹੰਝੂਆਂ ਵਾਲੀਆਂ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀਆਂ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਹਾਲਾਂਕਿ ਉਹਨਾਂ ਦੇ ਮੀਨਿੰਗ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਨਾ ਸੀ ਪਤਾ ਹੁੰਦਾ। ਜਦੋਂ ਵੱਡੇ ਹੋਏ ਫਿਰ ਸਕੂਲ ਲੈਵਲ ਦੇ ਉੱਤੇ, ਜਦੋਂ ਆਪਾਂ ਹਾਈ ਸਕੂਲ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ, ਉਹ 6ਵੀਂ 7ਵੀਂ 8ਵੀਂ ਦੇ ਵਿੱਚ ਕਵਿਤਾਵਾਂ ਦਾ ਜਿਹੜਾ ਰੁਝਾਨ ਹੈ ਉਹ ਬਦਲ ਗਿਆ। ਤੇ ਉਦੋਂ ਜਦੋਂ ਪੜ੍ਹਦੇ ਹੁੰਦੇ ਸੀ, ਜਦੋਂ ਆ ਗਿਆ ਸ਼ੇਰ ਪੰਜਾਬ ਨੂੰ ਧੁਰਦੇ ਪਰਵਾਨੇ, ਤਾਂ ਸੁੰਜੇ ਛੱਡ ਗਿਆ ਸ਼ਹਿਨਸ਼ਾਹ ਕੁਲ ਮਾਲ ਖਜ਼ਾਨੇ, ਤਾਂ ਇੱਕਦਮ ਅੱਖਾਂ ਫੇਰ ਗਿਆ ਉਹਦੇ ਯਾਰ ਧਿਆਨੇ, ਉਹਨਾਂ ਮੌਤ ਨਚਾਈ ਰੱਜ ਕੇ ਵਿੱਚ ਰਾਜ ਘਰਾਨੇ, ਉਹਨਾਂ ਛੱਜੇ ਸੁੱਟੇ ਕੌਰ ਤੇ ਵਨ ਠੀਕ ਨਿਸ਼ਾਨੇ, ਆ ਖਬਰ ਹੋਈ ਅੰਗਰੇਜ਼ ਨੂੰ ਵਿੱਚ ਹਿੰਦੁਸਤਾਨੇ, ਉਹਨਾਂ ਥਾਂ ਤਾਂ ਛੇੜਾਂ ਛੇੜੀਆਂ ਲੈ ਬਹਾਨੇ, ਉਹਨਾਂ ਆਕੀ ਕੀਤੇ ਚੁੱਕ ਕੇ ਕਾਹੀਆਂ ਤੇ ਕਾਨੇ। ਜਦੋਂ ਉਹ ਕਵਿਤਾਵਾਂ ਉਹਨਾਂ ਦਿਨਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਤੇ ਹੁਣ ਤੱਕ ਮੈਨੂੰ ਹਾਲੇ ਵੀ ਇਹ ਯਾਦ ਆ। ਮੇਰੇ ਪਤਾ ਨਹੀਂ ਕਿੱਥੇ ਪਈਆਂ, ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਵੀ ਇਹ ਕਿੱਥੇ ਪਈਆਂ ਕਿੱਥੇ ਨਹੀਂ ਪਈਆਂ। ਤੇ ਉਹਦਾ ਸਵਾਲ ਦਾ ਜਵਾਬ ਇਹੀ ਆ ਵੀ ਸਾਹਿਤ ਦੇ ਨਾਲ, ਕਿਤਾਬਾਂ ਦੇ ਨਾਲ ਜਿਹੜਾ ਜੁੜਨ ਦਾ ਸੀ, ਅਸਲ ਵਿੱਚ ਜਿੰਨਾ ਵੀ ਮੈਂ, ਜੇ ਸਿੱਖ ਇਤਿਹਾਸ ਦੀ ਗੱਲ ਕਰਦੇ ਆ, ਜਾਂ ਕੈਲੰਡਰ ਦੀ ਗੱਲ ਕਰਦੇ ਆ, ਜਾਂ ਸਾਡੀਆਂ ਸਿਹਤਮੰਦ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਆ, ਤੇ ਮੈਂ ਤਾਂ ਆਪਣੇ ਆਪ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਜਾਂ ਪਹਿਲਾਂ ਜਿਹੜੀ ਵਿਗਨਿੰਗ ਆ, ਜਿਹੜੀ ਕਿਉਂ ਫੜੀ ਸਿਪਾਹੀਆਂ ਨੇ ਭੈਣੋ ਇਹ ਹੰਸਾਂ ਦੀ ਜੋੜੀ, ਇਦੋਂ ਵੱਡੀ ਸਾਹਿਬਜ਼ਾਦਿਆਂ ਵਾਸਤੇ ਸੱਚੀ ਸੁੱਚੀ ਸ਼ਰਧਾਂਜਲੀ ਕਿਹੜੀ ਗੀਤ ਦੇ ਵਿੱਚ ਹੋ ਸਕਦੀ ਆ, ਜਦੋਂ ਤੁਸੀਂ ਉਹ ਗੱਲ ਕਰਦੇ ਆ। ਜਾਂ ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਇਹ ਅਸਲ ਵਿੱਚ ਸਾਡੇ ਸਾਰਿਆਂ ਵਾਸਤੇ, ਮੈਂ ਇਹ ਮੇਰੇ ਤੱਕ ਨਾ ਇਹ ਗੱਲ ਕਿਤੇ ਸੀਮਤ ਰਹਿ ਜਾਏ, ਸਾਡੀ ਕਿਤੇ ਨਾ ਕਿਤੇ ਅਚੇਤ ਮਨ ਦੇ ਵਿੱਚ ਇਹ ਗੱਲਾਂ ਪਈਆਂ ਹੁੰਦੀਆਂ। ਤੇ ਜਦੋਂ ਸਬੱਬ ਬਣਿਆ ਜ਼ਿੰਦਗੀ ਦੇ ਵਿੱਚ, ਸਬੱਬ ਦੀ ਵੀ ਹੁਣ ਆਪਾਂ ਗੱਲ ਕਰਨੀ ਆ, ਤੇ ਮੈਨੂੰ ਲੱਗਾ ਵੀ ਥੋੜੀ ਬਹੁਤੀ ਹੁਣ ਸਮਰੱਥਾ ਆ ਗਈ ਆ, ਅਸੀਂ ਸਾਹਿਤ ਸੱਭਿਆਚਾਰ ਦੀ ਗੱਲ ਕਰ ਸਕਦੇ ਹਾਂ, ਤੇ ਗੱਲ ਆਪਣੇ ਤੱਕ ਨਾ ਸੀਮਤ ਰੱਖੀਏ, ਸੰਸਾਰ ਦੇ ਦੂਸਰੇ ਲੋਕਾਂ ਨੂੰ ਵੀ ਸੁਣਾਈਏ। ਤੁਸੀਂ ਸਵਾਲ ਮੈਨੂੰ ਪੁੱਛਣੇ ਬਹੁਤ ਵੱਡੇ, ਪਰ ਇੱਕ ਗੱਲ ਮੈਂ ਹੋਰ ਤੇਜ਼ੀ ਦੇ ਨਾਲ ਕਰ ਜਾਵਾਂ ਵੀ ਅਕਸਰ ਪੰਜਾਬੀਆਂ ਦੇ ਉੱਤੇ ਇਹ ਇਲਜ਼ਾਮ ਲਾਇਆ ਜਾਂਦਾ ਵੀ ਪੰਜਾਬੀ ਤਾਂ ਪੜ੍ਹਦੇ ਨਹੀਂ। ਆਪਾਂ ਸਾਰੇ ਹੀ ਹਾਂ, ਕਿਉਂਕਿ ਤੁਸੀਂ ਉਸ ਖੇਤਰ ਦੇ ਵਿੱਚ ਆ, ਤਦ ਮੈਂ ਕਿਹਾ ਕਿ ਹੋ ਸਕਦਾ ਤੁਸੀਂ, ਹਾਂ ਸ਼ਾਇਦ ਤੁਸੀਂ ਇਹ ਸਵਾਲ ਮੈਨੂੰ ਨਾ ਪੁੱਛਦੇ ਤਾਂ ਮੈਂ ਕਿਹਾ ਮੈਂ ਪਹਿਲਾਂ ਕਰਦਾ, ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਪਰ ਇਹ ਵੀ ਗੱਲ ਨਾਲ ਕਹੀ ਜਾਂਦੀ ਆ ਵੀ 1947 ਤੋਂ ਪਹਿਲਾਂ, ਬਿਫੋਰ 1947, ਬਿਫੋਰ ਪਾਰਟੀਸ਼ਨ, ਜਿਹਨੂੰ ਆਪਾਂ ਜਾਂ ਤਾਂ ਵੰਡ ਕਹਿੰਦੇ ਆ ਤੇ ਜਾਂ ਰੌਲੇ ਕਹਿੰਦੇ ਆ, ਆਪਾਂ ਦੇਸ਼ ਆਜ਼ਾਦ ਦੀ ਤਾਂ ਗੱਲ ਕਰਦੇ ਨਹੀਂ ਨਾ। ਵਾਰਿਸ ਸ਼ਾਹ ਦੀ ਹੀਰ ਪੰਜਾਬੀ ਖਰੀਦ ਕੇ 1 ਲੱਖ ਕਿਤਾਬ ਪੜ੍ਹਦੇ ਸੀ। ਸੋ 1947 ਤੋਂ ਪਹਿਲਾਂ ਵਾਰਿਸ ਸ਼ਾਹ ਦੀ ਜਿਹੜੀ ਹੀਰ ਸੀ, ਜੋ 1 ਲੱਖ ਵਿਕਦੀ ਸੀ ਮਾਰਕੀਟ ਦੇ ਵਿੱਚ, ਤੇ ਕਦੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਆ ਵੀ 1947 ਤੋਂ ਪਹਿਲਾਂ ਤਾਂ ਉਹ ਕਿਤਾਬ 1 ਲੱਖ ਵਿਕਦੀ ਸੀ, ਇਹਦਾ ਮਤਲਬ ਪੰਜਾਬੀ ਪੜ੍ਹਦੇ ਹੋਣਗੇ ਹਰੇਕ ਸਾਲ। ਪੰਜਾਬੀਆਂ ਨੇ ਪੜ੍ਹਨਾ ਕਦੋਂ ਛੱਡਿਆ? 1950 ਦੇ ਵਿੱਚ, 1960 ਦੇ ਵਿੱਚ, 1970 'ਚ, 1980 'ਚ, 1990 'ਚ, 2000 'ਚ, ਜਾਂ ਉਸ ਤੋਂ ਬਾਅਦ ਕਿਹੜੇ ਦਿਨ ਛੱਡਿਆ? ਜੇਕਰ ਛੱਡਿਆ ਤਾਂ ਉਹਦਾ ਕਾਰਨ ਕੀ ਆ? ਕਾਰਨ ਕੀ ਸੀ?
ਦੇਖੋ ਬਹੁਤ ਗਹਿਰੀ ਚਿੰਤਾ ਦਾ ਵਿਸ਼ਾ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਕਈ ਵਾਰੀ ਨਾ ਇੱਕ ਸੁਣਾ ਸੁਣਾਈ ਡਾਇਲੌਗ ਛੱਡੀ ਜਾਂਦੇ ਆ, ਕੌਣ ਪੜ੍ਹਦਾ ਕਿਵੇਂ ਪੜ੍ਹਦਾ, ਪਰ ਉਹਦੀ ਤਹਿ ਤੱਕ ਨਹੀਂ ਜਾਂਦੇ। ਇਹ ਵੱਡਾ ਵਿਸ਼ਾ, ਇਹਨੂੰ ਵੀ ਆਪਾਂ ਵੀ ਕਿਸੇ ਦਿਨ ਫਰੋਲਾਂਗੇ ਲਾਜ਼ਮੀ। ਪਰ ਮੈਂ ਇੱਕ ਚੀਜ਼ ਕਹਿਣਾ ਵੀ ਪੰਜਾਬੀ ਸੱਥ ਨਾਲ, ਜਿਹੜਾ ਪੰਜਾਬੀ ਸੱਥ ਇੱਕ ਸ਼ਬਦ ਜਦੋਂ ਆ ਜਾਂਦਾ ਨਾ, ਮੈਨੂੰ ਨਹੀਂ ਲੱਗਦਾ ਕੋਈ ਲਿਟਰੇਚਰ ਨਾਲ ਜੁੜਿਆ ਬੰਦਾ ਉਸ ਸ਼ਬਦ ਤੋਂ ਅਣਜਾਣ ਆ। ਤੇ ਜਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ 'ਚ ਸੱਥ ਨੇ ਪੈੜਾਂ ਕੀਤੀਆਂ ਤੇ ਉਹ ਤੁਹਾਡੀ ਬਦੌਲਤ ਕੀਤੀਆਂ, ਤੇ ਹੁਣ ਤੱਕ ਪਤਾ ਨਹੀਂ ਕਿੰਨਾ ਕੁ ਲਿਟਰੇਚਰ ਤੁਸੀਂ ਪਹੁੰਚਾ ਚੁੱਕੇ ਆ। ਥੋੜਾ ਜਿਹਾ ਪੰਜਾਬੀ ਸੱਥ ਨਾਲ ਦੀ ਕਹਾਣੀ ਜ਼ਰੂਰ ਆਪਦੀ ਸਾਂਝੀ। ਛੋਟੇ ਵੀਰ, ਮੈਂ ਕਹਾਣੀ ਕਰ ਦੂੰਗਾ। ਜਦੋਂ ਤੁਸੀਂ ਮੇਰਾ ਨਾਮ ਲਿਆ ਨਾ ਵੀ ਤੁਹਾਡੀ ਬਦੌਲਤ ਆ, ਤੇ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਜੀ। ਇਸ ਸੰਸਾਰ ਦੇ ਵਿੱਚ ਕਿੰਨੇ ਪ੍ਰਾਣੀਆਂ ਜਿਨ੍ਹਾਂ ਦੀ ਬਦੌਲਤ ਤੇ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਆ। ਜੇਕਰ ਆਪਾਂ ਇੱਕ ਦੂਸਰੇ, ਤੁਸੀਂ ਅੱਜ ਇਹ ਗੱਲ ਪਹਿਲਾਂ ਸ਼ੁਰੂਆਤ ਦੇ ਵਿੱਚ ਕਹੀ ਆ ਜੀ ਵੀ ਅਸੀਂ ਨਿੱਜੀ ਤੌਰ ਦੇ ਉੱਤੇ ਇੱਕ ਦੂਸਰੇ ਦੇ ਨਾਲ ਕਦੀ ਮਿਲਣ ਦਾ ਸਬੱਬ ਨਾ ਸੀ ਬਣਿਆ, ਬਿਲਕੁਲ ਸੱਚੀ ਗੱਲ ਆ। ਬਿਲਕੁਲ ਜੀ। ਤੁਹਾਡੇ ਸੁਣਨ ਵਾਲਿਆਂ ਨੂੰ ਸ਼ਾਇਦ ਇਸ ਗੱਲ ਦੇ ਉੱਤੇ ਯਕੀਨ ਨਾ ਹੋਵੇ ਵੀ ਇਹ ਪਹਿਲੀ ਵਾਰ ਮਿਲ ਰਿਹਾ ਜੀ। ਤੇ ਆਪਣਾ ਸੰਪਰਕ ਕਦੋਂ ਤੋਂ ਮੈਨੂੰ ਤਾਂ ਚੇਤਾ ਨਹੀਂ, ਜੀ ਜੀ 15 ਸਾਲ ਹੋ ਗਿਆ, 20 ਹੋ ਗਿਆ, ਕਦੋਂ ਜਿੰਨਾ ਵੀ ਚਿਰ ਹੋ ਗਿਆ ਇੱਕ ਦੂਸਰੇ ਨਾਲ। ਬਿਲਕੁਲ ਹੈਗਾ। ਆਪਾਂ ਇੱਕ ਦੂਸਰੇ ਨਾਲ ਕਾਹਤੇ ਸੰਪਰਕ ਰੱਖਦੇ ਆ? ਆਪਣਾ ਕੋਈ ਆਪਸ ਵਿੱਚ ਕੋਈ ਲੈਣ ਦੇਣ ਤਾਂ ਹੈ ਨਹੀਂ ਜਿਹਦੀ ਆਪਾਂ ਨੂੰ ਚਿੰਤਾ ਹੋਵੇ ਵੀ ਜੇ ਯਾਰ ਸੰਪਰਕ ਨਾ ਰੱਖਿਆ ਤੇ ਜਿੱਦਣ ਇਹਨਾਂ ਦੀ ਇਹ ਲੈਣ ਦੇਣ ਤੋਂ ਕਿਤੇ ਬੰਦਾ ਮੁੱਕਰ ਨਾ ਜਾਵੇ ਜਾਂ ਬੰਦਾ ਨਾ ਦੇਵੇ, ਉਹਦੇ ਪਿੱਛੇ ਕੁਝ ਕਾਰਨ ਜਿਹੜੇ ਆ। ਮੈਂ ਸੱਥ ਵੱਲੋਂ ਨਾ, ਸੱਥ ਸਾਡੀ ਆਪਣੀ ਇੱਕ ਦੇਸੀ ਰਹਿਤਲ ਦਾ ਬੜਾ ਪਿਆਰਾ ਜਿਹਾ ਸ਼ਬਦ ਆ। ਬਿਲਕੁਲ ਬਿਲਕੁਲ। ਔਰ ਉਹਦੇ ਵਿੱਚ ਸੱਥ, ਜਦੋਂ ਆਪਾਂ ਸੱਥ ਦੀ ਗੱਲ ਕਰਦੇ ਆ ਤੇ ਅੱਜ ਤੋਂ ਜੇ ਸਦੀਆਂ ਦੀ ਆਪਾਂ ਗੱਲ ਕਰਨੀ ਹੋਵੇ, ਪਤਾ ਨਹੀਂ ਕਿੰਨੀਆਂ ਸਦੀਆਂ ਦਾ ਇਤਿਹਾਸ ਆ ਸੱਥ ਦੇ ਪਿੱਛੇ। ਬਿਲਕੁਲ ਹੈਗਾ ਜੀ। ਜਿੱਥੇ ਕਿਤੇ ਪਰਿਆ ਜੁੜਦੀ ਸੀ, ਸੱਥ ਜੁੜਦੀ ਸੀ, ਜਿੱਥੇ ਬਜ਼ੁਰਗ ਸਾਡੇ ਬੈਠੇ ਸੀ, ਉਹ ਜ਼ਿੰਦਗੀ ਦਾ ਕਿਹੜਾ ਫੈਸਲਾ ਸੀ ਜਿਹੜਾ ਸੱਥ ਨਾ ਸੀ ਕਰਦੀ? ਬਿਲਕੁਲ ਕਰਦੀ ਸੱਥ ਸੀ ਅਸਲ 'ਚ। ਔਰ ਜਿਹੜੇ ਫੈਸਲੇ ਸੱਥ ਦੁਆਰਾ ਕੀਤੇ ਜਾਂਦੇ ਸੀ ਪਰਿਆ ਪੰਚਾਇਤਾਂ ਦੇ ਵਿੱਚ, ਉਹ ਦੋਨੇ ਤਰ੍ਹਾਂ ਇਸ ਤਰ੍ਹਾਂ ਦੀਆਂ ਮੰਨਦੀਆਂ ਸੀ ਵੀ ਜਿਸ ਤਰ੍ਹਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਆ ਤੇ ਕਈ ਬੰਦੇ ਉੱਪਰਲੀਆਂ ਅਦਾਲਤਾਂ ਤੱਕ ਵੀ ਉਸ ਤੋਂ ਉੱਪਰ ਵੀ ਜਾਣ ਦੀ ਕੋਸ਼ਿਸ਼ ਕਰਦੇ ਹੋਣਗੇ ਵੀ ਜੇ ਇਸ ਫੈਸਲੇ ਨੂੰ ਬਦਲਿਆ ਨਹੀਂ ਜਾ ਸਕਦਾ, ਇਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੱਥ ਨੇ ਇਹ। ਔਰ ਸੱਥ ਸਿਰਫ ਫੈਸਲੇ ਨਾ ਸੀ ਕਰਦੀ, ਸੱਥ ਦੇ ਵਿੱਚ ਬਣਦਾ ਯੋਗਦਾਨ ਜਿਹੜਾ ਬੰਦੇ ਨੇ ਸਮਾਜ ਦੇ ਲਈ ਕੁਝ ਕੀਤਾ, ਕੁਝ ਪਾਇਆ, ਉਹਨਾਂ ਨੂੰ ਮਾਣ ਸਨਮਾਨ ਵੀ ਦਿੱਤਾ ਜਾਂਦਾ ਸੀ। ਕਿਸੇ ਦਾ ਧੀ ਪੁੱਤ ਕੋਈ ਚੰਗਾ ਕੰਮ ਕਰ ਰਿਹਾ ਤੇ ਉਹ ਸੱਥਾਂ ਦੇ ਵਿੱਚ ਹੀ ਗੱਲਾਂ ਹੁੰਦੀਆਂ ਸੀ। ਬਿਲਕੁਲ। ਸੋ ਸੱਥ ਇੱਕ ਇਨਸਪੀਰੇਸ਼ਨ, ਦੂਜਿਆਂ ਨੂੰ ਇੰਸਪਾਇਰ ਕਰਨ ਦਾ ਕੰਮ ਵੀ ਕਰਦੀ ਸੀ। ਬਿਲਕੁਲ ਬਿਲਕੁਲ। ਜਿਹੜੀ ਆ, ਤੇ ਇਹਦਾ ਮਤਲਬ ਸੱਥ ਦਾ ਕੋਈ ਏਜੰਡਾ ਨਾ ਸੀ ਹੁੰਦਾ, ਨਾ ਉਹਨਾਂ ਦਿਨਾਂ ਦੇ ਵਿੱਚ ਸੀ, ਨਾ ਸੱਥ ਦਾ ਕੋਈ ਪ੍ਰਧਾਨ ਸੀ, ਨਾ ਚੌਧਰੀ ਸੀ, ਨਾ ਖਜ਼ਾਨਚੀ ਸੀ, ਤੇ ਨਾ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹਦਾ ਰੈਕਾਰਡ ਰੱਖਿਆ ਜਾਣਾ, ਵੀ ਲਿਖਿਆ ਜਾਵੇ ਵੀ ਇੱਥੇ ਆ ਕੇ ਇਸ ਬੰਦੇ ਨੇ ਕੀ ਗੱਲ ਕੀਤੀ ਤੇ ਕਿਹੜੀ ਗੱਲ ਕੀਤੀ। ਨਾ ਆਉਣ ਵਾਲੇ ਦੀ ਜ਼ਾਤ ਪੁੱਛੀ ਜਾਂਦੀ ਸੀ, ਨਾ ਉਹਦਾ ਧਰਮ ਪੁੱਛਿਆ ਜਾਂਦਾ ਸੀ, ਨਾ ਉਸ ਬੰਦੇ ਦੇ ਬਾਰੇ ਕੁਝ ਜਾਣਿਆ ਜਾਂਦਾ ਸੀ ਵੀ ਇਹਦਾ ਖਾਨਦਾਨ ਉੱਚਾ ਹੈ ਜਾਂ ਨੀਵਾਂ ਆ। ਔਰ ਉੱਥੇ ਜਿਹੜਾ ਮਰਜ਼ੀ ਪ੍ਰਾਣੀ ਜਾ ਕੇ ਬੈਠ ਸਕਦਾ ਸੀ, ਔਰ ਉਹਨੂੰ ਪੂਰੀ ਆਜ਼ਾਦੀ ਸੀ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰ ਸਕਦਾ ਸੀ। ਜੀ ਬਿਲਕੁਲ। ਔਰ ਜੇਕਰ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਸੀ ਤੇ ਉਹਨੂੰ ਮਾਨਤਾ ਦਿੱਤੀ ਜਾਂਦੀ ਸੀ, ਜੇਕਰ ਕੋਈ ਗੱਲ ਢਿੱਲੀ ਲੱਗਦੀ ਸੀ, ਔਰ ਸਮਾਜ ਦੇ ਵਿੱਚ ਵੀ ਜੇਕਰ ਕੋਈ ਪ੍ਰਾਣੀ ਇਸ ਤਰ੍ਹਾਂ ਦਾ ਸੀ ਜਿਹੜਾ ਉਹਨਾਂ ਨੂੰ ਲੱਗਦਾ ਸੀ ਵੀ ਗੱਲ ਹਲਕੀ ਕਰ ਰਿਹਾ, ਜਿਹੜੀ ਗੱਲ ਨਹੀਂ ਕਰਨੀ ਚਾਹੀਦੀ, ਬਿਲਕੁਲ ਉਸ ਬੰਦੇ ਦੇ ਸਿਰਖੇ ਵੀ ਸੱਥ ਪਾਉਂਦੀ ਸੀ। ਬਿਲਕੁਲ ਪਾਉਂਦੀ ਸੀ। ਔਰ ਜਿਹੜੀ ਸਿਰਖੇ ਸੱਥ ਪਾਉਂਦੀ ਸੀ, ਉਹ ਪ੍ਰਾਣੀ ਜਿਹੜਾ ਉਸ ਸੱਥ ਦੇ ਫੈਸਲੇ ਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ, ਤੇ ਇਸ ਤੋਂ ਪਹਿਲਾਂ ਅਸੀਂ ਪੰਜਾਬੀ ਜਿਹੜੀ ਉਹ ਸਾਹਿਤ ਦੀ ਆਪਾਂ ਗੱਲ ਕਰਦੇ ਵੀ ਕਦੋਂ ਪੜ੍ਹਨੋਂ ਹਟ ਗਏ, ਅਸੀਂ ਸੱਥ ਵੱਲ ਵੀ ਪਿੱਠ ਕਰਕੇ ਖੜ ਗਏ। ਸਲੋਲੀ ਐਂਡ ਗ੍ਰੈਜੂਅਲੀ, ਠੀਕ ਹੈ, ਅੰਗਰੇਜ਼ਾਂ ਦੇ ਰਾਜ ਨੇ ਬੜਾ ਕੁਝ ਕੀਤਾ, ਸਾਡਾ ਬੜਾ ਕੁਝ ਗੁਆਚਿਆ ਉਹਦੇ ਵਿੱਚ। ਆਪਾਂ ਵੱਖੋ ਵੱਖਰੇ ਪ੍ਰੋਗਰਾਮਾਂ 'ਚ ਕਿਤੇ ਸਬੱਬ ਬਣੇ ਇੱਦਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਬਿਲਕੁਲ। ਪਰ ਅਸੀਂ ਸੱਥ ਤੋਂ ਵੀ ਇੱਕ ਸਾਈਡ ਦੇ ਉੱਤੇ ਹੋ ਗਏ। ਔਰ ਜਿਹੜਾ ਸਾਡੇ ਸਾਹਿਤ ਸੱਭਿਆਚਾਰ ਦੇ ਨਾਲ ਜੁੜੇ ਹੋਏ ਪ੍ਰਾਣੀ ਸੀ, ਜਿਹੜੇ ਯੂਨੀਵਰਸਿਟੀਆਂ ਵਿੱਚ ਬੈਠੇ ਸੀ, ਜਿਹੜੀਆਂ ਮੋਟੀਆਂ ਤਨਖਾਹਾਂ ਵੀ ਜਿਹੜੇ ਲੈਂਦੇ ਸੀ, ਜਿਨ੍ਹਾਂ ਨੇ ਸਾਨੂੰ ਕੁਝ ਸੇਧ ਦੇਣੀ ਸੀ, ਸਾਡੇ ਬੱਚਿਆਂ ਨੂੰ ਪੜ੍ਹਾ ਕੇ ਕਦਰਾਂ ਕੀਮਤਾਂ ਦੇ ਨਾਲ ਜੋੜਨਾ ਸੀ, ਉਹਨਾਂ ਦੇ ਪੁਰਖਿਆਂ ਦੀ ਸੱਚੀ ਸੁੱਚੀ ਵਿਰਾਸਤ ਦੀ ਗੱਲ ਕਰਨੀ ਸੀ, ਉਹ ਤਨਖਾਹਾਂ ਲੈਣ ਤੱਕ ਸੀਮਤ ਰਹਿ ਗਏ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਇੱਦਾਂ ਨਾ ਹੋਵੇ ਕਿਤੇ ਗੁੱਸਾ ਨਾ ਕਰਨ, ਸਾਡੇ ਉੱਤੇ ਇਹ ਤਵਾ ਲਾਤਾ ਵੀ ਅਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਚੰਗੇ ਵੀ ਆ ਜੀ, ਸਾਡੇ ਮਿੱਤਰ ਵੀ ਹੈ, ਇਹ ਨਹੀਂ ਮੈਂ ਗੱਲ ਕਹਿੰਦਾ, ਜਿਹੜੇ ਕੰਮ ਕਰਨ ਵਾਲੇ ਵੀ ਬਹੁਤ ਆ। ਉਹ ਉਹਨਾਂ ਨੇ ਉੱਥੇ ਤੱਕ ਸੀਮਤ ਰੱਖ ਲਿਆ। ਹੁਣ ਜਿਹੜਾ ਸਾਹਿਤ ਸੱਭਿਆਚਾਰ ਦੀ, ਛੋਟੇ ਵੀਰ, ਫਿਰ ਕਿਹੜਾ ਪ੍ਰਾਣੀ ਗੱਲ ਕਰੇ? ਸਾਡੇ ਸਾਹਿਤ ਸੱਭਿਆਚਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਉਸ ਤੋਂ ਅੱਗੇ ਕੌਣ ਪ੍ਰਾਣੀ, ਕਿਹੜਾ ਪ੍ਰਾਣੀ ਤੋੜੇ, ਕਿਹੜਾ ਪ੍ਰਾਣੀ ਆਪਣੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਲਵੇ? ਤੇ ਉਹਦੇ ਵਿੱਚੋਂ ਅਸਲ ਵਿੱਚ ਜਦੋਂ ਸੱਥ ਦੀ ਬਿਗਨਿੰਗ ਹੈ ਜਿਹੜੀ 90s ਦੇ ਵਿੱਚ ਹੁੰਦੀ ਆ, ਮੈਂ 94 ਦੇ ਵਿੱਚ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ ਦੇ ਨਾਲ ਸੰਪਰਕ ਦੇ ਵਿੱਚ ਆਉਣਾ ਜਦੋਂ ਮੈਂ ਇੱਥੋਂ ਪੰਜਾਬ ਪਹਿਲੀ ਵਾਰ ਜਾਣਾ 86 ਤੋਂ ਬਾਅਦ। ਮੈਂ 94 ਦੇ ਵਿੱਚ ਪੰਜਾਬ ਗਿਆ। ਜਦੋਂ ਉਹਨਾਂ ਨੇ ਕੁਝ ਸੱਥ ਦੀਆਂ ਗੱਲਾਂ ਕੀਤੀਆਂ, ਕਿਉਂਕਿ ਇਹਦੇ ਲਈ ਇੱਕ ਘੱਟੋ ਘੱਟ ਇੱਕ ਤੋਂ ਵੱਧ ਪ੍ਰੋਗਰਾਮ ਤਾਂ ਸੱਥ ਦੇ ਉੱਤੇ ਚਾਹੀਦੇ ਆ ਜੀ। ਮੈਨੂੰ ਇਸ ਤਰ੍ਹਾਂ ਲੱਗਾ ਵੀ ਸਾਡੀ ਜਿਹੜਾ ਇੱਕ, ਜਿਸ ਤਰ੍ਹਾਂ ਮੈਂ ਕਿਹਾ ਵੀ ਦੇਸੀ ਰਹਿਤਲ ਦਾ ਇੱਕ ਬੜਾ ਪਿਆਰਾ ਸ਼ਬਦ ਸੀ, ਇਹ ਉਹਦੀ ਗੱਲ ਕਰ ਰਿਹਾ ਆਪਣੀ ਇੱਥੋਂ ਇਹਨਾਂ ਨੇ ਵਤਨ ਦੀ ਮਿੱਟੀ ਦੇ ਉੱਤੇ ਗੱਲ ਹੋ ਰਹੀ ਆ ਕਿ ਹੁਣ ਪੰਜਾਬੀ
ਤਾਂ ਸਿਰਫ ਪੰਜਾਬ ਤੱਕ ਸੀਮਤ ਨਹੀਂ, ਇਹ ਤਾਂ ਦੁਨੀਆ ਦੇ 150 ਦੇਸ਼ ਦੇ ਵਿੱਚ ਜਾ ਵਸੇ ਆ। ਬਿਲਕੁਲ। ਔਰ ਜਿਹੜੇ ਦੇਸ਼ ਦੇ ਵਿੱਚ ਜਾ ਵਸੇ ਆ ਉਸ ਦੇਸ਼ ਦਾ ਵਾਤਾਵਰਣ ਵੀ ਵੱਖਰਾ, ਬੋਲੀ ਵੀ ਵੱਖਰੀ ਆ, ਸੱਭਿਆਚਾਰ ਵੀ ਵੱਖਰਾ। ਸਭ ਕੁਝ ਉਸ ਦੇਸ਼ ਦੇ ਸੱਭਿਆਚਾਰ ਦੇ ਵਿੱਚ ਇਹਨਾਂ ਦੇ ਬੱਚੇ ਜੰਮਣੇ ਆ, ਪਲਣੇ ਆ, ਵੱਡੇ ਹੋਣੇ ਆ, ਔਰ ਉਹਨਾਂ ਦੀਆਂ ਸਮੱਸਿਆਵਾਂ ਪੰਜਾਬ ਦੀ ਧਰਤੀ ਦੇ ਮੁਕਾਬਲੇ 'ਚ ਵੱਖਰੀਆਂ ਹੋਣੀਆਂ। ਜੀ ਜੀ। ਜੇਕਰ ਉਹਨਾਂ ਦੇਸ਼ਾਂ ਦੇ ਵਿੱਚ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਉਹਦੇ ਪੁਰਖਿਆਂ ਦੀ ਬੋਲੀ ਦੇ ਨਾਲ, ਵਿਰਾਸਤ ਦੇ ਨਾਲ, ਸੱਭਿਆਚਾਰ ਦੇ ਨਾਲ ਜਾਂ ਕਦਰਾਂ ਕੀਮਤਾਂ ਦੇ ਨਾਲ ਅਸੀਂ ਚਾਹੁੰਦੇ ਉਹ ਜੁੜੇ ਰਹਿਣ, ਜੀ ਤੇ ਸਾਨੂੰ ਉਸ ਦੇਸ਼ ਦੇ ਵਿੱਚ ਉਪਰਾਲੇ ਕਰਨੇ ਪੈਣਗੇ। ਬਿਲਕੁਲ। ਪੰਜਾਬ ਦੀ ਧਰਤੀ ਤੋਂ ਕੀਤੇ ਹੋਏ ਉਪਰਾਲੇ ਨਹੀਂ ਉੱਥੇ ਪਹੁੰਚਣੇ। ਸੋ ਉਹਨਾਂ ਉਪਰਾਲਿਆਂ ਦੀ ਬਦੌਲਤ ਜਦੋਂ ਡਾਕਟਰ ਸਾਹਿਬ ਹੁਣਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਜੇ ਵਿਦੇਸ਼ਾਂ ਦੀ ਧਰਤੀ ਉੱਤੇ ਗੱਲ ਕਰਨੀ ਆ ਤੇ ਫਿਰ ਸਾਨੂੰ ਕੋਈ ਮਾਈ ਦਾ ਲਾਲ ਚਾਹੀਦਾ ਜਿਹੜਾ ਮੈਦਾਨ ਦੇ ਵਿੱਚ ਆਵੇ। ਤੇ ਮੈਂ ਤਾਂ ਕਿਉਂਕਿ ਨਾ ਲਿਟਰੇਰੀ ਸੀ, ਨਾ ਲਿਟਰੇਰੀ ਹਾਂ, ਤੇ ਨਾ ਕੋਈ ਬਹੁਤੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੈਂ ਕਦੇ ਜ਼ਿੰਦਗੀ ਵਿੱਚ ਕੁਝ ਲਿਖਿਆ ਨਾ ਸੀ, ਨਾ ਕਦੇ ਸਟੇਜਾਂ ਉੱਤੇ ਕੋਈ ਵੱਡੇ ਵੱਡੇ ਲੈਕਚਰ ਦੇਣ ਦੇ ਵਿੱਚ, ਨਾ ਉਦੋਂ ਕਦੇ ਯਕੀਨ ਕੀਤਾ ਸੀ, ਨਾ ਅੱਜ ਕੀਤਾ ਸੀ। ਕੰਮ ਕਰਨ ਵਾਲੇ ਬੰਦੇ ਸੀ, ਤੇ ਮੈਂ ਡਾਕਟਰ ਸਾਹਿਬ ਹੁਣਾਂ ਨੂੰ ਕਿਹਾ ਵੀ ਆਪਾਂ ਕੋਈ ਨਾ ਕੋਈ ਲਿਟਰੇਰੀ ਬੰਦਾ ਲੱਭੀਏ ਜਿਹੜਾ ਵਧੀਆ ਲਿਖਦਾ ਹੋਵੇ, ਵਧੀਆ ਬੋਲਦਾ ਹੋਵੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹਦੀ ਪਛਾਣ ਹੋਵੇ, ਆਵਾਜ਼ ਬਣਾ ਸਕੇ, ਜਿਹੜਾ ਉਹ ਇਸ ਗੱਲ ਨੂੰ ਅੱਗੇ ਤੋਰ ਸਕੇ। ਜੀ ਜੀ। ਸੰਸਾਰ ਦੀਆਂ ਦੂਸਰੀਆਂ ਜਦੋਂ ਆਪਾਂ ਕਹਿੰਦੇ ਆ ਵੀ ਲਿੰਗੁਇਸਟਿਕ ਅਵੇਅਰਨੈਸ ਥਰੂ ਆਊਟ ਦਾ ਵਰਲਡ ਜਦੋਂ ਕ੍ਰੀਏਟ ਕਰਨ ਦੀ ਗੱਲ ਆਉਣੀ ਆ, ਤੇ ਆਪਾਂ ਕੋਈ ਨਾ ਕੋਈ ਬੰਦਾ ਲੱਭੀਏ। ਸੋ ਉਹ ਲੱਭਣ ਲਈ ਤਿਆਰ ਨਹੀਂ ਹੋਏ, ਤੇ ਅਖੀਰ ਦੇ ਉੱਤੇ ਜਿਸ ਤਰ੍ਹਾਂ ਆਪਣੇ ਪੰਜਾਬੀ ਦਾ ਇੱਕ ਪ੍ਰੋਵਰਬ ਹੈ ਨਾ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਵੀ ਤਈਓ ਕਿਹਾ ਸੀ, ਤੇ ਆ ਮੈਦਾਨ ਦੇ ਵਿੱਚ ਉਹਨਾਂ ਨੇ ਉਹ ਜ਼ਿੰਮੇਵਾਰੀ ਜਿਹੜੀ ਮੇਰੇ ਮੋਢਿਆਂ ਤੇ ਰੱਖਤੀ ਵਿੰਦਰੇ। ਤੁਹਾਡੇ ਗੱਲ 'ਚ ਜਿਹੜਾ ਸਰੋਪਾ ਪਾਇਆ, ਤੇ ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਦਾ ਫੈਸਲਾ ਬਹੁਤ ਦਰੁਸਤ ਰਿਹਾ। ਤੇ ਹੁਣ ਤਾਂ ਤਕਰੀਬਨ ਕਿੰਨੇ ਸਾਲ ਹੋ ਗਏ ਇਹ 94 ਤੋਂ ਲਾ ਲਓ ਜੀ, ਹੁਣ 30 ਸਾਲ ਹੋ ਜਾਣਗੇ ਅਗਲੇ ਸਾਲ। ਹਾਂਜੀ, 30 ਸਾਲਾਂ ਦਾ ਜਿਹੜਾ ਤੁਹਾਡਾ ਇਹ ਸਫ਼ਰ ਆ, 30 ਸਾਲਾਂ ਦੌਰਾਨ ਮੈਨੂੰ ਜਿੰਨਾ ਕੁ ਮੈਂ ਦੇਖਦਾ ਵੀ ਜਿੱਥੇ ਦੀ ਮੇਰੇ ਕੋਲੇ ਵੀ, ਜੇ ਮੰਨ ਲਓ ਪਿਛਲੇ 5-10 ਸਾਲਾਂ 'ਚ ਕਾਲ ਆਉਂਦੀ ਹੈ ਕਿਸੇ ਦੀ ਲਾਇਬ੍ਰੇਰੀ ਖੋਲ੍ਹਣੀ ਆ, ਸਾਨੂੰ ਕਿਤਾਬਾਂ ਦਾ ਕੀ ਰੇਂਜ ਹੋਊ, ਤੇ ਬਸ 1 ਸੈਕਿੰਡ ਦੇ ਵਿੱਚ ਹੀ ਨੰਬਰ ਠਾਹ ਦੇਣੇ ਦੇ ਦੇਈਦਾ ਵੀ ਲਓ ਜੀ ਮਾਰੋ ਸਰਾਏ ਸਾਹਿਬ ਨੂੰ ਗੱਲ, ਆਪੇ ਕਰਨਗੇ, ਤਾਂ ਉਹਨਾਂ ਦੇ ਜਿੰਮੇ ਪਾ ਦਿਓ। ਸੋ ਇਹ 30 ਸਾਲਾਂ ਦੌਰਾਨ ਹੁਣ ਤੱਕ ਦੁਨੀਆ ਦੇ ਕਿੰਨੇ ਕੁ ਕੋਨਿਆਂ 'ਚ ਤੇ ਕਿੰਨੀਆਂ ਕੁ ਕਿਤਾਬਾਂ ਤੁਸੀਂ ਭੇਜ ਚੁੱਕੇ ਹੋ? ਇਸ ਤਰ੍ਹਾਂ ਹੋਣੀ ਗੱਲਬਾਤ ਆਪਣੇ ਵੀਰ ਮਿੰਟੂ ਜੀ, ਆਪਾਂ ਗੱਲ ਕਰੀਏ ਵੀ 100 ਕੁ ਦੇਸ਼ ਦੇ ਵਿੱਚ ਤਾਂ ਸਾਡੀਆਂ ਆਪਣੇ ਕਿਤਾਬਾਂ ਕਿਸੇ ਦੇਸ਼ ਦੇ ਵਿੱਚ 5, 7 ਜਾਂ 10 ਜਾਂ 50 ਜਾਂ 100 ਹੀ ਗਈਆਂ ਹੋਣਗੀਆਂ। ਇੱਕ ਅੱਧੇ ਦੇਸ਼ ਦੇ ਵਿੱਚ, ਕਈਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਕਿਤਾਬਾਂ ਚੱਲ ਗਈਆਂ ਹੋਣਗੀਆਂ। ਜਿਹੜਾ ਆਪਣੇ ਨੈਟਵਰਕ ਆ ਉਹ 100 ਕੁ ਦੇਸ਼ ਦੇ ਵਿੱਚ ਆ, ਔਰ 50 ਕੁ ਦੇਸ਼ਾਂ ਦੇ ਵਿੱਚ ਮੈਨੂੰ ਜਾ ਕੇ ਆਪਣੀ ਬੋਲੀ, ਵਿਰਾਸਤ ਜਾਂ ਸੱਭਿਆਚਾਰ ਦੀ ਗੱਲ ਕਰਨ ਦਾ ਸਬੱਬ ਬਣਿਆ ਜੀ। ਤੇ ਅਗਲੀ ਗੱਲ ਜਿਹੜੀ ਕਿਤਾਬਾਂ ਦੀ ਆ, ਮੋਨੀਟਰੀ ਟਰਮਸ ਦੇ ਵਿੱਚ ਤਾਂ ਅਸੀਂ ਪਹਿਲਾਂ ਗਿਣਤੀ ਕਰਦੇ ਹੁੰਦੇ ਸੀ ਵੀ ਕਿੰਨੇ ਕੁ ਕਰੋੜ ਖਰਚ ਕਰ ਦਿੱਤਾ ਕਿਤਾਬਾਂ ਦਾ। ਉਹਦੇ ਵਿੱਚ ਬਹੁਤਾ ਵੱਡਾ ਜਿਹੜਾ ਯੋਗਦਾਨ ਆ ਉਹ ਪੰਜਾਬੀਆਂ ਦਾ ਆ। ਜਿਹਨਾਂ ਪੰਜਾਬੀਆਂ ਨੇ ਕੋਈ ਕਿਤਾਬ ਛਾਪਣੀ ਆ, ਤੇ ਕਿਸੇ ਨੇ ਸਾਨੂੰ ਆ ਕੇ ਕਿਹਾ ਵੀ ਇਹ ਕਿਤਾਬ ਮੈਂ ਕੁਛ ਆਪਣਾ ਯੋਗਦਾਨ ਪਾਉਣਾ ਚਾਹੁੰਦਾ, ਤੇ ਅਸੀਂ ਉਹਨੂੰ ਕਿਹਾ ਵੀ ਇੱਕ ਐਡੀਸ਼ਨ ਜਿਹੜਾ ਛਾਪ ਕੇ ਵੰਡਿਆ ਜਾ ਸਕਦਾ। ਜੇ ਕਿਸੇ ਨੇ ਕਿਹਾ ਮੇਰੇ ਮਨ ਦੇ ਵਿੱਚ ਸਿਰਫ ਭਾਵਨਾ ਜੀ ਮੈਂ 5 ਲੱਖ ਹੀ ਖਰਚ ਸਕਦਾ, ਤੇ ਉਹ 5 ਲੱਖ ਦੀ ਕਿਤਾਬ ਵਾਲੀ ਕਿੰਨੀਆਂ ਉਹਦੀਆਂ ਕਾਪੀਆਂ ਬਣਨੀਆਂ, ਉਹਦੇ ਹਿਸਾਬ ਨਾਲ ਵਰਕਆਊਟ ਕਰ ਲਿਆ। ਕਿਸੇ ਬੰਦੇ ਨੇ ਕਿਹਾ ਨਹੀਂ ਮੇਰੀ ਕਪੈਸਿਟੀ ਜਿਹੜੀ ਉਹ 25,000 ਰੁਪਏ ਤੱਕ ਆ, ਤੇ ਜਿਸ ਤਰ੍ਹਾਂ ਮੈਂ ਕਿੱਸਿਆਂ ਦੀ ਗੱਲ ਕੀਤੀ ਆ, ਛੋਟੇ ਜਿਹੜੇ ਛੋਟੇ ਜਿਹੇ ਟਰਨ 20 ਪੇਜ ਦੇ ਆ, ਆਪਾਂ ਉਹ ਕੁਛ ਗਿਣਤੀ ਦੇ ਹਿਸਾਬ ਦੇ ਨਾਲ ਜਿਹੜੀ ਕਿਤਾਬ ਦੀ ਮੰਗ ਜ਼ਿਆਦਾ ਹੋਈ, ਸਾਨੂੰ ਮਹਿਸੂਸ ਹੋਇਆ ਵੀ ਪੰਜਾਬੀ ਵਾਰ-ਵਾਰ ਮੰਗੀ ਜਾਂਦੇ ਆ ਵੀ ਆਹ ਕਿਤਾਬ ਚਾਹੀਦੀ, ਆਹ ਕਿਤਾਬ ਚਾਹੀਦੀ ਆ, ਉਹਦੇ ਅਸੀਂ ਫਿਰ 1, 2, 3, 4, 5, 7, 10 ਇੱਦਾਂ ਐਡੀਸ਼ਨਸ ਦੀ ਗੱਲ ਵੀ ਨਹੀਂ ਧਿਆਨ ਦੇ ਵਿੱਚ ਲਿਆਂਦੀ ਵੀ ਅਸੀਂ ਇੱਕ ਵਾਰੀ ਛਾਪ ਕੇ ਇਹ ਵੰਡ ਚੁੱਕੇ ਹਾਂ ਤੇ ਮੁੜ ਕੇ ਦੁਬਾਰਾ ਨਹੀਂ ਉਹਨੂੰ ਛਾਪਣਾ। ਜਦੋਂ ਵਿਸ਼ਿਆਂ ਦੇ ਸਬਜੈਕਟਸ ਦੀ ਗੱਲ ਆ ਰਹੀ ਆ ਵੀ ਕਿਹੜੇ ਸਬਜੈਕਟ ਦੇ ਉੱਤੇ ਕਿਤਾਬਾਂ ਛਾਪੀਆਂ ਜਾਣ, ਅਸੀਂ ਪਹਿਲਾਂ ਠੀਕ ਹੈ ਪਾਰਟੀਸ਼ਨ ਤੋਂ ਗੱਲ ਸ਼ੁਰੂ ਕੀਤੀ ਸੀ। ਜੀ ਪਾਰਟੀਸ਼ਨ ਪੰਜਾਬ ਦੀ ਧਰਤੀ ਦਾ ਉਹ ਦੁਖਾਂਤ ਆ ਜਿਹੜਾ ਮੈਨੂੰ ਦੱਸਣ ਦੀ ਲੋੜ ਨਹੀਂ, ਆਪਣੇ ਸਾਡੇ ਉੱਤੇ ਜ਼ਬਰੀ ਠੋਸਿਆ ਗਿਆ। ਜੀ ਪਹਿਲਾਂ ਪੰਜਾਬ ਦੀਆਂ ਹੱਦਾਂ ਜਿਹੜੀਆਂ ਮੈਂ ਬਹੁਤ ਵਾਰ ਇਹ ਗੱਲ ਕੀਤੀ ਆ, ਫਿਰ ਗੱਲ ਕਰਦੇ ਹਾਂ ਵੀ ਦਿੱਲੀ ਤੋਂ ਲੈ ਕੇ ਸੂਬਾ ਸਰਹੱਦ ਤੱਕ ਹੁੰਦੀਆਂ ਸੀ। ਪਹਿਲਾਂ ਸੂਬਾ ਸਰਹੱਦ ਕੱਟਿਆ, ਫਿਰ 1911-12 ਦੇ ਵਿੱਚ ਦਿੱਲੀ ਕੱਟ ਲਈ, ਫਿਰ ਉਸ ਤੋਂ ਬਾਅਦ 47 ਦੀ ਵੰਡ ਨੇ ਮਧਾਣੀ ਵੰਡ ਪਾ ਕੇ ਪੰਜਾਬ ਦੀ ਧਰਤੀ ਦੀ ਵੰਡ ਕਰ ਦਿੱਤੀ। 1966 ਦੇ ਵਿੱਚ 2 ਸੂਬੇ ਹਰਿਆਣਾ ਤੇ ਹਿਮਾਚਲ ਜਿਹੜੇ ਆ ਉਹ ਪੰਜਾਬ ਦੇ ਸਿਰ ਦੇ ਉੱਤੇ ਬਿਠਾ ਕੇ 2.5 ਦਰਿਆਵਾਂ ਦਾ ਜਿਹੜਾ ਇਹ ਚੜ੍ਹਦਾ ਪੰਜਾਬ ਆ, ਤੇ ਲਹਿੰਦੇ ਪੰਜਾਬ ਦੇ ਵਿੱਚ ਜਿੰਨੀ ਕੁ ਪੰਜਾਬੀ ਦੀ ਗੱਲਬਾਤ ਹੁੰਦੀ ਆ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ। ਬਿਲਕੁਲ ਜੀ। ਰਾਤੋਂ ਰਾਤ ਜਿਹੜੇ ਭਰਾਵਾਂ ਦੇ ਵਾਂਗ ਜਿਨ੍ਹਾਂ ਦੀ ਕੰਧ ਵੀ ਸਾਂਝੀ ਸੀ, ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਬੜਾ ਕੁਝ ਸਾਂਝਾ ਸੀ, ਜਿਨ੍ਹਾਂ ਜ਼ਿੰਦਗੀ ਦੇ ਹਰ ਦੁੱਖ ਸੁੱਖ ਦੇ ਵਿੱਚ ਇੱਕ ਦੂਸਰੇ ਦੇ ਨਾਲ ਸੀ, ਤੇ 47 ਵਿੱਚ ਰਾਤ ਨੂੰ ਇਸ ਤਰ੍ਹਾਂ ਦਾ ਭਾਣਾ ਵਰਤਿਆ ਕਿ ਇੱਕ ਦੂਸਰੇ ਦੇ ਦੁਸ਼ਮਣ ਬਣ ਗਿਆ। ਬਿਲਕੁਲ। ਜਿਹੜੀ ਸਾਡੇ ਪਿੰਡ ਦੀ ਧੀ, ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਗੁਆਂਢੀ ਦੀ ਵੀ ਆਪਣੇ ਰਾਤੋਂ ਰਾਤ ਕੁਛ ਵੀ ਲੱਗਣੋਂ ਹਟ ਗਈ। ਉਹ ਕਿਸ ਤਰ੍ਹਾਂ ਦਾ ਭਾਣਾ ਵਰਤਿਆ। ਸੋ ਪਹਿਲੀਆਂ ਜਿਹੜੀਆਂ ਆਪਣੀਆਂ 3 ਕਿਤਾਬਾਂ ਸੀ ਉਹ ਪਾਰਟੀਸ਼ਨ ਦੇ ਉੱਤੇ ਸੀ, ਤੇ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਮਾਂ ਦੇ ਉੱਤੇ ਕਿਤਾਬ ਮਾਏ ਨੀ ਮਾਏ, ਫਿਰ ਉਸ ਤੋਂ ਬਾਅਦ ਮਾਵਾਂ ਠੰਡੀਆਂ ਛਾਵਾਂ, ਫਿਰ ਧੀਆਂ ਧਿਆਣੀਆਂ, ਧੀਆਂ ਦੇ ਉੱਤੇ ਕਿਤਾਬ, ਫਿਰ ਧੀਆਂ ਦਾਤ ਦੁੱਤੀ, ਫਿਰ ਬਾਕੀ ਪੰਜਾਬ ਦੇ ਜਿਸ ਤਰ੍ਹਾਂ ਨਸ਼ਿਆਂ ਦੀ ਗੱਲ ਕਰ ਲਈਏ ਜਾਂ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਹੁਣ ਵਿਦਿਆਰਥੀਆਂ ਦੀ
ਜਾਂ ਉੱਥੋਂ ਪੰਜਾਬ ਦੀ ਧਰਤੀ ਉੱਤੋਂ ਬਹੁਤ ਵੱਡੀ ਪੱਧਰ ਦੇ ਉੱਤੇ ਮਾਈਗ੍ਰੇਸ਼ਨ ਹੋ ਰਹੀ ਆ। ਆਪਾਂ ਚੰਗਾ ਬਾਣਾ ਪੱਖ ਨਹੀਂ ਉਹਦੇ ਵੱਲ ਨਹੀਂ ਜਾਂਦੇ ਜੀ ਵੀ ਉਹਦੇ ਕਾਰਨ ਕੀ ਆ, ਉਹ ਫਿਰ ਕਿਤੇ ਆਪਾਂ ਗੱਲਬਾਤ ਕਰਾਂਗੇ ਜੀ। ਸੋ ਅਸੀਂ ਉਹਨਾਂ ਸਬਜੈਕਟਸ ਦੇ ਉੱਤੇ ਜਿਹੜੀਆਂ ਵੱਖੋ ਵੱਖਰੇ ਵਿਸ਼ਿਆਂ ਦੇ ਉੱਤੇ ਕਿਤਾਬਾਂ ਨਾਂ ਦੇ ਕੇ ਛਾਪੀਆਂ ਕਿਤਾਬਾਂ ਤੇ ਵੱਡੀ ਗਿਣਤੀ ਵਿੱਚ ਵੰਡੀਆਂ। ਜੀ ਜੀ। ਤੇ ਅਗਲੀ ਗੱਲ ਜਿਹੜੀਆਂ ਕੁਝ ਕਿਤਾਬਾਂ ਜਿਹੜੀਆਂ ਆਪਣੀਆਂ ਉਹ ਰਿਸਰਚ ਬੇਸਡ ਵੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਉੱਤੇ ਜੇਕਰ ਲੱਖਾਂ ਦੀ ਗਿਣਤੀ ਵਿੱਚ ਕਿਤਾਬ ਕੋਈ ਵੰਡੀ ਗਈ, ਜਾਂ ਸੁਲਤਾਨਪੁਰ ਲੋਧੀ ਦੀ 550ਵੇਂ ਮੈਂ ਅਵਤਾਰ ਪੁਰਬ ਦੀ ਗੱਲ ਕਰਦਾ ਜੀ ਜੀ, ਤੇ ਕਿਸੇ ਸੰਸਥਾ ਨੇ ਕੋਈ ਕਿਤਾਬ ਵੰਡੀ ਆ ਤੇ ਉਹ ਸਿਰਫ ਤੇ ਸਿਰਫ ਇੱਕੋ ਹੀ ਸੰਸਥਾ ਸੀ ਉੱਥੇ। ਤੇ ਉਹ ਕਿਤਾਬ ਜਿਹੜੀ ਸੀ ਪੰਜਾਬੀ ਦੇ ਵਿੱਚ ਵੀ ਸੀ, ਜਗਤ ਗੁਰ ਬਾਬਾ ਉਸ ਕਿਤਾਬ ਦਾ ਨਾਂ ਸੀ, ਹਿੰਦੀ ਵਿੱਚ ਵੀ ਸੀ, ਜਗਤ ਗੁਰ ਬਾਬਾ ਉਸ ਕਿਤਾਬ ਦਾ ਨਾਂ ਸੀ, ਤੇ ਉਹੀ ਕਿਤਾਬ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟਡ ਸੀ ਜਿਸ ਕਿਤਾਬ ਦਾ ਨਾਂ ਸੀ ਗੁਰੂ ਨਾਨਕ ਦਾ ਡਿਵਾਈਨ ਮਾਸਟਰ ਆਫ ਯੂਨੀਵਰਸ। ਸੋ 3 ਕਿਤਾਬਾਂ ਜਿਹੜੀਆਂ, ਕਿਤਾਬ ਇੱਕ ਆ ਉਹ, ਪਰ ਕਿਤਾਬਾਂ ਉਹ 3 ਆ ਵੱਖੋ ਵੱਖਰੀਆਂ ਜਿਹੜੀਆਂ, ਤੇ ਨਾਲ ਨਾਨਕਤਾ ਕਿਤਾਬ ਸਰਦਾਰ ਬਲਿਹਾਰ ਸਿੰਘ ਰੰਧਾਵਾ ਸਾਹਿਬ ਦੀ ਜਿਹੜਾ ਮਹਾਕਾਵਿ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ, ਉਹ ਜਿਹੜੀਆਂ ਕਿਤਾਬਾਂ ਉੱਥੇ ਵੱਡੀ ਗਿਣਤੀ ਵਿੱਚ ਵੰਡੀਆਂ ਗਈਆਂ। ਸੋ ਕੁਝ ਕਿਤਾਬਾਂ ਜਿਹੜੀਆਂ ਆਪਣੀਆਂ ਜਿਹੜੀਆਂ ਰਿਸਰਚ ਬੇਸਡ ਹੋਣਗੀਆਂ, ਹੋ ਸਕਦਾ ਉਹ ਕਿਤਾਬ 5-4 ਹਜ਼ਾਰ ਹੀ ਛਪ ਕੇ ਅਸੀਂ ਵੰਡੀ ਹੋਵੇ, ਤੇ ਕੁਝ ਕਿਤਾਬਾਂ ਆਪਣੀਆਂ ਇਸ ਤਰ੍ਹਾਂ ਦੀਆਂ ਵੀ ਜਿਹੜੀ ਲੱਖਾਂ ਦੀ ਗਿਣਤੀ ਵਿੱਚ ਗਈਆਂ, ਉਦੋਂ ਸੋਚੇ ਇਸ ਸੰਸਾਰ ਦੇ ਵਿੱਚ ਪਹੁੰਚੀਆਂ। ਔਰ ਮੈਨੂੰ ਇਸ ਗੱਲ ਦੀ ਤਸੱਲੀ ਆ, ਜਿਸ ਤਰ੍ਹਾਂ ਤੁਸੀਂ ਇਹ ਬਹੁਤ ਵਾਰ ਮੇਰੀ ਸਿਲਸਿਲਾ ਕੀਤੀ ਜਾਂ ਸੱਸ ਦੀ ਸਿਲਸਿਲਾ ਕੀਤੀ, ਵੀ ਜਿਹੜੇ ਦੇਸ਼ ਦੇ ਵਿੱਚ ਵੀ ਕਿਤਾਬਾਂ ਗਈਆਂ, ਇਹ ਪੰਜਾਬੀਆਂ ਨੇ ਜਿਹੜੇ ਸ਼ਬਦਾਂ ਦੇ ਵਿੱਚ ਸਿਫਤਸਲਾ ਕੀਤੀ ਆ ਜੀ, ਮੇਰਾ ਖਿਆਲ ਹੈ ਵੀ ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸੰਸਥਾ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੰਨੀ ਸਿਫਤਸਲਾ ਪੰਜਾਬੀਆਂ ਨੇ ਕੀਤੀ ਹੋਵੇ। ਉਹਦਾ ਕਾਰਨ ਇਹ ਪੰਜਾਬੀ ਦੱਸ ਸਕਦੇ ਆ, ਮੈਨੂੰ ਇਹਦੇ ਬਾਰੇ ਕੁਝ ਪਤਾ ਨਹੀਂ, ਕਿਉਂਕਿ ਅਸੀਂ ਅਸਲ ਵਿੱਚ ਸੱਥ ਵਾਲੇ ਜਿਹੜੇ ਆ, ਬਹੁਤ ਗਿਣਤੀ ਵਿੱਚ ਜਿਹੜੇ ਸੱਥ ਵਾਲੇ ਆ, ਉਹ ਆਪ ਆਪਣੇ ਤੌਰ ਦੇ ਉੱਤੇ ਲਿਟਰੇਰੀ ਨਹੀਂ। ਇਹ ਗੱਲ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ। ਉਹਨਾਂ ਦਾ ਆਪਣਾ ਜਿਹੜਾ ਲਿਟਰੇਰੀ ਤੌਰ ਦੇ ਉੱਤੇ ਜਿਹੜਾ ਬੌਧਿਕ ਪੱਧਰ ਆ, ਠੀਕ ਆ, ਵਿਰਾਸਤ ਦੀਆਂ ਗੱਲਾਂ ਕਰਨੀਆਂ, ਸੱਭਿਆਚਾਰ ਦੀਆਂ ਗੱਲਾਂ ਕਰਨੀਆਂ, ਆਪਣੇ ਕਦਰਾਂ ਕੀਮਤਾਂ ਦੀਆਂ ਗੱਲਾਂ ਕਰਨੀਆਂ, ਉਹਨਾਂ ਦੇ ਉੱਤੇ ਮਾਣ ਕਰਨਾ, ਉਹ ਗੱਲ ਵੱਖਰੀ ਆ। ਕਿੰਗ ਨਹੀਂ, ਕਿੰਗ ਮੇਕਰ ਹੋਣਾ ਤੁਸੀਂ ਸੋਚੋ ਹੋ ਨਾ ਜੀ, ਇਹ ਵੀ ਆਪੋ ਆਪ ਦੀ ਡਿਊਟੀ ਲੱਗੀ ਹੁੰਦੀ ਹੈ ਜੀ। ਤੇ ਮੈਂ ਜਿੱਥੋਂ ਤੱਕ ਦੇਖ ਰਿਹਾ ਸੀ, ਕਰੋੜਾਂ ਜਾਣੀ ਕਿ 20 ਕਰੋੜ ਤੋਂ ਉੱਤੇ ਦੀਆਂ ਕਿਤਾਬਾਂ ਹੁਣ ਤੱਕ ਪੰਜਾਬੀ ਸੱਥ ਆ ਜਿਹੜੀ ਉਹਦਾ ਛਿੱਟਾ ਦੇ ਚੁੱਕੀ ਆ। ਮੈਂ ਤਾਂ ਚੰਗੇ ਬੀਜ ਦਾ ਛਿੱਟਾ ਦੁਨੀਆ ਦੇ ਵਿੱਚ ਦੇਣਾ, ਤੇ ਫਿਰ ਅਸੀਂ ਫਸਲ ਦੀ ਆਸ ਤਾਂ ਚੰਗੀ ਕਰਨੀ ਆ। ਤੇ ਇਹਦੇ ਲਈ ਮੈਂ ਬਹੁਤ ਸਾਰੇ ਜਿਹੜੇ ਪੰਜਾਬੀਆਂ ਬੰਨਿਓ ਮੈਂ ਉਹਨਾਂ ਦਾ ਉਹਨਾਂ ਦਾ ਨੁਮਾਇੰਦਾ ਬਣ ਕੇ ਧੰਨਵਾਦ ਕਰਨੀ ਆਇਆ, ਸਮਝੋ ਤੁਹਾਡੇ ਕੋਲ ਇੱਥੇ। ਤੇ ਬਾਕੀ ਜਿਹੜੀ ਆ ਆਪਾਂ ਜਿਵੇਂ ਤੁਹਾਡੀ ਜਿਹੜੀਆਂ, ਮੈਂ ਬਹੁਤ ਸਾਰੇ ਪ੍ਰੋਜੈਕਟ ਜਾਣਦਾ, ਮੈਨੂੰ ਪਤਾ, ਉਹਨਾਂ ਪ੍ਰੋਜੈਕਟਾਂ 'ਤੇ ਆਪਾਂ ਵਾਰੀ ਟਾਈਮ ਸਿਰ ਆਉਣ 'ਤੇ ਜ਼ਰੂਰ ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ। ਪਰ ਜਿਹੜੀ ਪੰਜਾਬੀ ਸੱਥ ਦੀ ਜੇ ਆਪਾਂ ਇੱਕ ਹੋਰ ਜਿਹੜੀ ਗੱਲ ਜੇ ਸਾਂਝੀ ਕਰੀਏ, ਤਾਂ ਪੰਜਾਬੀ ਸੱਥ ਇਸ ਟਾਈਮ ਤੁਸੀਂ ਕਿਤਾਬਾਂ ਦੇ ਪਬਲਿਸ਼ਨ ਵੀ ਜਿਹੜਾ ਹੈਗਾ ਤੁਹਾਡਾ ਆਪਦਾ, ਜਿਵੇਂ ਬਹੁਤ ਸਾਰੇ ਲੋਕ ਇਹ ਜਿਹੇ ਹੁੰਦੇ ਆ ਵੀ ਉਹ ਲਿਖੀ ਬਹੁਤ ਜ਼ਬਰਦਸਤ ਬੈਠੇ ਆ, ਪਰ ਉਹਨਾਂ ਦਾ ਕੋਈ ਬਾਂਹ ਨਹੀਂ ਫੜ ਰਿਹਾ, ਉਹਦੇ ਬਾਰੇ ਵੀ ਥੋੜ੍ਹਾ ਜਿਹਾ। ਇਹ ਮੈਨੂੰ ਸਵਾਲ ਕੀਤਾ ਜੀ ਤੁਸੀਂ, ਆਹ ਸਵਾਲ ਪੁੱਛ ਕੇ ਮੈਨੂੰ ਨਾ ਸੀ ਆਸ ਵੀ ਤੁਸੀਂ ਇਹ ਸਵਾਲ ਪੁੱਛੋਗੇ, ਤੇ ਮੇਰੇ ਮਨ ਦੇ ਵਿੱਚ ਇਹ ਗੱਲ ਆਉਣੀ ਨਾ ਸੀ ਜੀ। ਸਾਡਾ ਕਿੰਨਾ ਸਾਹਿਤ ਆ ਜਿਹੜਾ ਅਣਛਪਿਆ ਜੀ ਰਹਿ ਜਾਂਦਾ, ਤੇ ਜਦੋਂ ਉਹਨੂੰ ਲਿਖਣ ਵਾਲਾ ਪ੍ਰਾਣੀ ਇਸ ਸੰਸਾਰ ਤੋਂ ਚਲੇ ਜਾਂਦਾ ਤੇ ਉਹਨੂੰ ਕੁਛ ਛਾਪਣ ਵਾਲਾ ਨਹੀਂ ਹੁੰਦਾ। ਬਿਲਕੁਲ ਜੀ। ਔਰ ਆਪਣੇ ਦੇਸ਼ ਵੱਲ ਮੈਂ ਫੇਰ ਆਉਂਦਾ, ਜਿਵੇਂ ਦੇਸ਼ਾਂ ਦੀ ਧਰਤੀ ਉੱਤੇ ਪ੍ਰੈਕਟੀਕਲ ਗੱਲ ਆ ਵੀ ਉਹ ਸੂਰਬੀਰ ਯੋਧੇ ਜਿਹੜੇ ਨੰਗੇ ਧਾੜੇ ਇਹਨਾਂ ਦੇਸ਼ਾਂ ਦੇ ਵਿੱਚ ਬੋਲੀ, ਵਿਰਾਸਤ, ਸੱਭਿਆਚਾਰ ਦੀ ਗੱਲ ਕਰਦੇ ਰਹੇ, ਉਹਨਾਂ ਨੇ ਇੰਨਾ ਕੁ ਕੁਛ ਲਿਖਿਆ ਤੇ ਉਹਨਾਂ ਨੂੰ ਛਪਾਉਣ ਦਾ ਸਬੱਬ ਨਹੀਂ ਬਣ ਸਕਿਆ, ਕਿਉਂਕਿ ਜ਼ਿੰਦਗੀ ਬਾਰੇ ਤਾਂ ਕੋਈ ਨਹੀਂ ਗਰੰਟੀ ਤਾਂ ਹੈ ਨਹੀਂ ਕਿਸੇ ਦੀ ਵੀ ਕਿਸੇ ਨੇ ਕੀ ਕਰਨਾ। ਤੇ ਹੋ ਸਕਦਾ ਉਹਨਾਂ ਨੇ ਇਹ ਗੱਲ ਸੋਚੀ ਹੋਵੇ ਵੀ ਜਦੋਂ ਮੈਂ ਜ਼ਿੰਦਗੀ ਦੇ ਆਖਰੀ ਦੌਰ ਦੇ ਵਿੱਚ ਗਿਆ, ਨਿਆਣੇ ਵੱਡੇ ਹੋ ਗਏ, ਪਲ ਗਏ, ਆਪੋ ਆਪਣੇ ਘਰਾਂ ਦੇ ਵਿੱਚ ਚਲ ਗਏ, ਚੰਗੇ ਕੰਮਾਂ ਦੇ ਉੱਤੇ ਲੱਗ ਗਏ, ਹੋ ਸਕਦਾ ਕੁਛ ਮੈਨੂੰ ਉਹ ਸਪੋਰਟ ਕਰਨ ਤੇ ਕੁਛ ਮੈਂ ਆਪਣੀ ਸਪੋਰਟ ਦੇ ਨਾਲ, ਕਿਸੇ ਸੰਸਥਾ ਦੇ ਨਾਲ, ਕਿਸੇ ਪ੍ਰਾਣੀ ਦੇ ਨਾਲ, ਜਾਂ ਸਰਕਾਰੀ ਦਰਬਾਰੇ ਕਿਸੇ ਦੇ ਨਾਲ ਗੱਲਬਾਤ ਕਰਕੇ ਮੈਂ ਇਸ ਸਾਹਿਤ ਨੂੰ ਛਾਪੂੰਗਾ ਤੇ ਸੰਸਾਰ ਦੇ ਵਿੱਚ ਵੰਡੂੰਗਾ। ਮੈਂ ਆਪਣੀ ਗੱਲ ਦੱਸ ਰਿਹਾ ਵੀ ਹੋ ਸਕਦਾ ਉਹਨਾਂ ਦੇ ਮਨ ਦੀ ਇਹ ਭਾਵਨਾ ਹੋਵੇ, ਪਰ ਇਹ ਗੱਲ ਵਾਪਰ ਨਹੀਂ ਸਕੀ। ਉਹਨਾਂ ਦੁਆਰਾ ਜਿਹੜੀਆਂ ਲਿਖੀਆਂ ਹੋਈਆਂ ਰਚਨਾਵਾਂ ਜੀ, ਉਹਨੂੰ ਹੁਣ ਕੌਣ ਛਾਪੇ ਤੇ ਕੌਣ ਵੰਡੇ, ਉਹ ਤਾਂ ਪ੍ਰਾਣੀ ਇਸ ਸੰਸਾਰ ਦੇ ਵਿੱਚ ਹੈ ਨਹੀਂ। ਦੂਸਰੀ ਗੱਲ ਇੱਕ ਹੋਰ ਵੀ ਆ ਗੱਲ ਵੀ ਜਿਹੜੀ ਪੰਜਾਬੀਆਂ ਦੇ ਜਿਹੜਾ ਜ਼ਿੰਦਗੀ ਦਾ ਚੰਗਾ ਪੱਖ ਆ, ਬਹੁਤ ਸਾਰੇ ਸਾਨੂੰ ਇਹ ਪੁਰਾਣੀ ਗੱਲ ਕਹਿੰਦੇ ਆ ਵੀ ਤੁਸੀਂ ਆਪਣੇ ਸਾਹਿਤ ਨੂੰ ਛਾਪਦੇ ਆ, ਵੰਡਦੇ ਆ, ਉਹਦੇ ਪੈਸੇ ਕਿਉਂ ਨਹੀਂ ਲੈਂਦੇ, ਤੁਹਾਨੂੰ ਕਿਤਾਬ ਜਿਹੜੀ ਆ ਵੇਚਣੀ ਚਾਹੀਦੀ ਆ। ਬਹੁਤ ਸਾਰੇ ਪੁਰਾਣੀ ਦਾ ਇਸੇ ਤੱਕ ਵੀ ਕਹੀ ਜਾਂਦੇ ਆ ਵੀ ਇਹ ਕਿਤਾਬ ਦੀ ਬੇਕਦਰੀ ਆ, ਮੁਫਤ ਦੇ ਵਿੱਚ ਅਗਲੇ ਨੂੰ ਕਿਤਾਬ ਫੜਾ ਜਾਂਦੀ। ਪਰ ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਸੰਸਾਰ ਦੇ ਬਾਕੀ ਲੋਕਾਂ ਦੇ ਨਾਲੋਂ ਬਿਲਕੁਲ ਵੱਖਰਾ ਆ। ਵੀ ਜੇ ਕੋਈ ਵੀ ਕਿਤਾਬ ਅਸੀਂ 100 ਕਿਤਾਬ ਵੰਡ ਦਿੱਤੀ ਆ ਜੀ ਨਿੱਠ ਕੇ, ਤੇ 100 ਕਿਤਾਬ ਦੇ ਵਿੱਚੋਂ ਇੱਕ ਪ੍ਰਾਣੀ ਨੇ ਵਾਹ ਫੜ ਕੇ ਇਹ ਗੱਲ ਕਹੀ ਆ ਵੀ ਸਰਾਏ ਸਾਹਿਬ ਤੁਸੀਂ ਇਹ ਕਿਤਾਬਾਂ ਵੰਡ ਰਹੇ ਆ, ਯਾਰ ਇਦਾਂ ਕਰੋ 1000 ਕਾਪੀ ਮੇਰੇ ਵੱਲੋਂ ਛਾਪ ਕੇ ਵੰਡ ਦਿਓ।
ਉਹ ਹੋ ਸਕਦਾ 99 ਬੰਦਿਆਂ ਦੇ ਵਿੱਚੋਂ ਕਿਸੇ ਬੰਦੇ ਨੇ ਨਾ ਕਿਹਾ ਹੋਵੇ, ਜਦੋਂ 100ਵਾਂ ਬੰਦਾ ਉਹਨੇ ਕਿਹਾ ਹੋਵੇ, ਤੇ ਹੋ ਸਕਦਾ ਪਹਿਲੇ 10 ਦੇ ਵਿੱਚੋਂ ਕਿਸੇ ਨੇ ਕਹਿਤਾ ਹੋਵੇ ਤੇ ਮੁੜ ਕੇ ਅਗਲੇ ਜਿਹੜੇ ਆ ਅਸੀਂ 90 ਬੰਦਿਆਂ ਨੂੰ ਕਿਤਾਬ ਵੰਡੀ ਉਹਨਾਂ ਨੇ ਨਾ ਕਿਹਾ ਹੋਵੇ। ਪਰ ਐਵਰੇਜ ਜਿਹੜੀ ਆ ਅੱਜ 10 ਗੁਣੀ ਵੱਧ ਗਈ ਐਵਰੇਜ ਹੁਣ ਤੱਕ। ਹਾਂਜੀ। ਤੇ ਮੈਂ ਉਹਦੇ ਲਈ ਗੱਲ ਕਹਿਣਾ ਵੀ ਜੇ ਤਾਂ ਤੁਸੀਂ ਤੁਹਾਡਾ ਰੋਟੀ ਰੁਜ਼ਗਾਰ ਦਾ ਵਸੀਲਾ ਬਣਾਉਣਾ, ਫਿਰ ਤਾਂ ਬਹੁਤ ਸਾਫ ਸੁਥਰੀ ਜੀ ਗੱਲ ਆ। ਮੈਂ ਕੋਈ ਹਿਡਨ ਮੋਟਿਵ ਨਹੀਂ ਇਹਦਾ ਮੇਰੇ ਪਿੱਛੇ, ਨਾ ਕੋਈ ਹੋਰ ਭਾਵਨਾ ਦੀ ਗੱਲ ਆ ਵੀ ਤੁਸੀਂ ਕਿਤਾਬ ਨੂੰ ਛਾਪੋ ਤੇ ਵੇਚੋ, ਰੋਟੀ ਰੁਜ਼ਗਾਰ ਆ ਤੁਹਾਡੀ। ਜੀ ਜੀ। ਜੇ ਤੁਸੀਂ ਕਹਿੰਦੇ ਮਿਸ਼ਨਰੀ ਭਾਵਨਾ ਨਾਲ ਅਸੀਂ ਕੰਮ ਕਰਨਾ, ਤਾਂ ਅਸੀਂ ਵੁੱਕ ਕਲਚਰ ਕ੍ਰੀਏਟ ਕਰਨਾ ਥਰੂ ਆਊਟ ਦਾ ਵਰਲਡ। ਤੇ ਪੰਜਾਬੀਆਂ ਦੇ ਜਿਹੜਾ ਮੱਥੇ ਦੇ ਉੱਤੇ ਆਪਣੇ ਕਿਸੇ ਨੇ ਇੱਕ ਕਿਸਮ ਦਾ ਕਲੰਕ ਹੀ ਮੈਂ ਤਾਂ ਕਹਿੰਦਾ ਲਾਤਾ ਜੀ, ਇਹ ਕੌਮ ਪੜ੍ਹਦੀ ਨਹੀਂ, ਉਹਦਾ ਤੁਸੀਂ ਕੋਈ ਨਾ ਕੋਈ ਦੱਸਣਾ ਵੀ ਇਹ ਗੱਲ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਆ। ਤੇ ਫਿਰ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ 100 ਕਿਤਾਬ ਵੰਡਦੇ ਹੋ। ਜਦੋਂ ਤੁਹਾਡੀ 100 ਕਿਤਾਬ ਵੰਡੀ ਗਈ, ਉਹਦੀ 1000 ਆਪਣੇ ਆਪ ਹੀ ਛਪ ਜਾਣੀਆਂ, ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਇੱਕ ਪ੍ਰਾਣੀ ਨੇ ਮੈਦਾਨ ਦੇ ਵਿੱਚ ਆ ਜਾਣਾ, ਉਹਨੂੰ ਕਹਿੰਦੇ ਆਉਣਾ, ਉਹ ਕਿਸੇ ਦਾ ਵੀ ਨਹੀਂ ਪਤਾ ਆਪਾਂ ਨੂੰ ਕਿਹੜੇ ਬੰਦੇ ਨੇ ਕਿਹੜੇ ਦੇਸ਼ ਦੇ ਵਿੱਚੋਂ ਆ ਜਾਣਾ। ਔਰ ਜਿਹੜੇ ਦੇਸ਼ ਦੇ ਵਿੱਚ ਵੀ ਕਿਤਾਬਾਂ ਇਹ ਪਹੁੰਚੀਆਂ, ਇੱਕ ਆਪਾਂ ਹੋਰ ਵੀ ਗੱਲ ਕਰ ਲਈਏ, ਇਹ ਨਹੀਂ ਗੱਲ ਵੀ ਸਿਰਫ ਮੈਂ ਉਹਨੂੰ ਯੂਕੇ ਤੱਕ ਹੀ ਸੀਮਿਤ ਰੱਖਦਾ ਜਾਂ ਕਿਸੇ ਹੋਰ ਖਾਸ ਦੇਸ਼ ਦਾ ਨਾਂ ਮੈਂ ਲੈ ਲਵਾਂ ਜੇ ਉਸ ਦੇਸ਼ ਦੇ ਵਿੱਚੋਂ ਉੱਥੋਂ ਰਿਸਪੌਂਸ ਦਿੱਤਾ ਕਿ ਪੰਜਾਬ ਦੀ ਧਰਤੀ ਵਿੱਚੋਂ ਵੀ ਜਦੋਂ ਇਦਾਂ ਦੀ ਕੋਈ ਗੱਲਬਾਤ ਆਉਂਦੀ ਆ, ਕਿਸੇ ਸੰਸਥਾ ਨੇ ਟਰਾਈ ਕਰਕੇ ਨਹੀਂ ਦੇਖੀ। ਜਿਹੜਾ ਪੰਜਾਬੀਆਂ ਦੇ ਸੁਭਾਅ ਦਾ ਇਹ ਪੱਖ ਆ, ਅਸੀਂ ਬਹੁਤ ਆਪਣੀ ਗੱਲ ਕਰਦੇ ਹਾਂ ਜੀ ਪੰਜਾਬੀ ਇਧਰੋਂ ਮਾੜੇ ਆ, ਇਧਰੋਂ ਮਾੜੇ ਆ। ਮੈਂ ਕਹੂੰਗਾ ਠੀਕ ਹੈ, ਸਾਡੇ ਵਿੱਚ ਹੋਣਗੇ ਦੁਨੀਆ ਦੀਆਂ ਬਾਕੀ ਕੌਮਾਂ ਦੇ ਮੁਕਾਬਲੇ 'ਚ। ਅਸੀਂ ਇਹ ਨਹੀਂ ਮੈਂ ਆਪਣੇ ਆਪ ਨੂੰ ਗੱਲ ਕਹਿੰਦਾ ਵੀ ਸਿਰਫ ਅਸੀਂ ਇਕੱਲੇ ਬਹਾਦਰ ਆ, ਅਸੀਂ ਇਮਾਨਦਾਰ ਆ, ਦੁਨੀਆ ਦੀ ਨਾ ਹੋਰ ਕੋਈ ਬਹਾਦਰ ਆ ਕੌਮ, ਨਾ ਕੋਈ ਇਮਾਨਦਾਰ ਆ। ਪਰ ਜਿਹੜੇ ਪੰਜਾਬੀਆਂ ਦੇ ਗੁਣ ਆ ਦੁਨੀਆ ਦੀਆਂ ਦੂਸਰੀਆਂ ਕੌਮਾਂ ਦੇ ਮੁਕਾਬਲੇ ਵਿੱਚ, ਆਪਣੀ ਸੱਚੀ ਸੁੱਚੀ ਵਿਰਾਸਤ ਪ੍ਰਤੀ, ਆਪਣੇ ਸੱਭਿਆਚਾਰ ਪ੍ਰਤੀ, ਜਾਂ ਆਪਣੇ ਜਿਹੜੇ ਧਰਮ ਪ੍ਰਤੀ, ਆਪਣੀ ਜਿਹੜੀ ਕੌਮੀ ਸੋਚ ਆ ਜਿਹੜੀ ਪੰਜਾਬੀਆਂ ਦੀ ਆ, ਵੰਡ ਕੇ ਛਕਣ ਵਾਲੀ ਗੱਲ ਜਿਹੜੀ ਆ, ਤੁਹਾਡੀ ਕਿਤੇ ਗੱਲ ਤੁਹਾਡੇ ਵੱਲ ਨੂੰ ਨਾ ਹੋ ਜਾਵੇ ਜਿਹੜੀ ਤੁਸੀਂ ਗੱਲ ਕੀਤੀ ਸੀ ਸੰਤਰਿਆਂ ਤੋਂ ਆਪਣੇ ਸ਼ੁਰੂ ਕਰਕੇ। ਅਸਲ ਵਿੱਚ ਇਹ ਦੁਨੀਆ ਦੀਆਂ ਬਹੁਤੀਆਂ ਕੌਮਾਂ 'ਚ ਨਹੀਂ ਮਿਲਦੀ, ਕਿਉਂਕਿ ਉਹ ਕਨਸੈਪਟ ਜਿਹੜੀ ਆ ਵੰਡ ਕੇ ਛਕਣ ਵਾਲੀ ਉਹ ਕਿੱਥੋਂ ਲਿਆਂਦੀ ਜਾਵੇ, ਉਹ ਕਿਹੜਾ ਮਾਈ ਦਾ ਲਾ ਲਿਆ ਜਿਹੜਾ ਉਸ ਪੱਧਰ ਤੇ ਜਾ ਕੇ ਗੱਲਬਾਤ ਕਰੇ। ਸਾਡੇ ਜਿਹੜੇ ਪੁਰਖਿਆਂ ਨੇ ਸਾਡੇ ਅਸਲ ਵਿੱਚ ਸੱਭਿਆਚਾਰ ਦੀ ਗੱਲ ਅੱਗੇ ਤੋਰਦਿਆਂ ਸਾਨੂੰ ਜਿਹਨਾਂ ਕਦਰਾਂ ਕੀਮਤਾਂ ਦੇ ਨਾਲ ਅਸੀਂ ਵੱਡੇ ਹੋਏ ਆ, ਜਾਂ ਸਾਨੂੰ ਜਿਹੜੀਆਂ ਕਦਰਾਂ ਕੀਮਤਾਂ ਸਿਖਾਈਆਂ ਗਈਆਂ, ਉਹਨਾਂ ਦੇ ਵਿੱਚ ਅਸਲ ਵਿੱਚ ਇੱਕ ਇਹ ਵੀ ਗੱਲ ਆਉਂਦੀ ਆ ਵੀ ਅਸੀਂ ਕਿਸੇ ਦੁਖੀ ਦੀ, ਗਰੀਬ ਗੁਰਬੇ ਦੀ, ਜਾਂ ਅਸੀਂ ਕਿਸੇ ਲੋੜਵੰਦ ਦੀ ਬਾਂਹ ਵੀ ਫੜੀਏ, ਔਰ ਅਸੀਂ ਫੜ ਰਹੇ ਹਾਂ। ਬਿਲਕੁਲ ਸਾਡਾ ਉਹ ਜਿਹੜਾ ਪੱਖ ਆ ਉਹ ਕਈ ਵਾਰੀ ਨੈਗੇਟਿਵ ਵੀ ਪੇਸ਼ ਕੀਤਾ ਜਾਂਦਾ। ਇਹ ਨਹੀਂ ਮੈਂ ਗੱਲ ਕਹਿੰਦਾ ਵੀ ਅਸੀਂ ਪੋਜ਼ਿਟਿਵ ਪੇਸ਼ ਕੀਤਾ ਜਾਂਦਾ, ਅਸੀਂ ਫੜ ਰਹੇ ਹਾਂ। ਤੇ ਦੂਸਰੀ ਗੱਲ ਸਾਹਿਤ ਸੱਭਿਆਚਾਰ ਦੀ, ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦਾ ਵੀ ਮੇਰਾ ਤਾਂ ਇਸ ਗੱਲ ਦਾ ਪ੍ਰੈਕਟੀਕਲ ਤਜਰਬਾ, ਔਰ ਸੱਥ ਨਾਲ ਜੁੜੇ ਹੋਏ ਹਰ ਪ੍ਰਾਣੀ ਦਾ ਪ੍ਰੈਕਟੀਕਲ ਤਜਰਬਾ, ਵੀ ਜਿਹੜਾ ਹੁੰਗਾਰਾ ਪੰਜਾਬੀ ਕਿਤਾਬ ਦੇ ਸੰਬੰਧ ਦੇ ਵਿੱਚ, ਕਿਤਾਬ ਨੂੰ ਪੜ੍ਹ ਕੇ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਦਿੰਦੇ ਆ, ਤੁਸੀਂ ਜਿੰਨਾ ਮਰਜ਼ੀ ਆਪਣੇ ਛੋਟੇ ਵੀਰ ਕੰਮ ਕਰੀ ਜਾਵਾਂ, ਤੁਹਾਨੂੰ ਤਾਂ ਮਹਿਸੂਸ ਹੁੰਦਾ ਵੀ ਮੈਂ ਯਾਰ ਹਾਲੇ ਵੀ ਥੋੜ੍ਹਾ ਕੀਤਾ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਜਿੱਥੇ ਤੱਕ ਸਾਡੀ, ਕਿਉਂਕਿ ਹਰ ਇੱਕ ਦੇਸ਼ ਦੇ ਵਿੱਚ ਤੇ ਹਰ ਇੱਕ ਘਰ ਦੇ ਵਿੱਚ ਤਾਂ ਨਹੀਂ ਪਹੁੰਚਿਆ ਜਾ ਸਕਦਾ, ਪਰ ਜਿੱਥੇ ਵੀ ਕਿਤੇ ਪਹੁੰਚੇ ਆ, ਜਿਸ ਤਰ੍ਹਾਂ ਤੁਸੀਂ ਹੁਣ ਆਏ ਹੋਏ ਆ, ਪੰਜਾਬੀਆਂ ਨੇ ਸਾਡੇ ਵਾਸਤੇ ਘਰ ਦੇ ਦਰਵਾਜ਼ੇ ਹੀ ਨਹੀਂ ਖੋਲ੍ਹੇ। ਉਹਨਾਂ ਦੇ ਕੋਲ ਜਿਹੜੇ ਰਿਸੋਰਸਿਸ ਸੀ, ਜਿੰਨੇ ਦਿਨ ਅਸੀਂ ਉਹਨਾਂ ਦੇ ਕੋਲ ਕਿਤੇ ਜਾ ਕੇ ਠਹਿਰੇ ਆ, ਉਹਨਾਂ ਨੇ ਉਹ ਵੀ ਦਾਅ ਤੇ ਲਾਈ ਰੱਖੇ ਵੀ ਤੁਸੀਂ ਇੱਥੇ ਆਏ ਆ, ਮੋਸਟ ਵੈਲਕਮ। ਤੇ ਇਹ ਗੱਲ ਜਿਹੜੀ ਆ ਦੁਨੀਆ ਦੀਆਂ ਦੂਸਰੀਆਂ ਕੌਮਾਂ ਦੇ ਵਿੱਚ ਏਡੀ ਵੱਡੀ ਪੱਧਰ ਦੇ ਉੱਤੇ ਨਹੀਂ ਮਿਲਦੀ। ਠੀਕ ਆ, ਬਿਜ਼ਨਸ ਟਾਈਪ ਦਾ ਰਿਲੇਸ਼ਨਸ਼ਿਪ ਹੋਊਗਾ ਵੀ ਮੈਂ ਤੁਹਾਡੇ ਕੋਲ ਆਇਆ ਤੇ ਤੁਸੀਂ ਹੁਣ ਮੇਰੇ ਕੋਲ ਆਇਓ, ਜਾਂ ਤੁਸੀਂ ਕਹਿੰਦੇ ਮੈਂ ਤੁਹਾਡੇ ਕੋਲ ਆਇਆ ਤੇ ਹੁਣ ਤੁਸੀਂ ਮੇਰੇ ਕੋਲ ਆਏ, ਇਸ ਤਰ੍ਹਾਂ ਦਾ ਤਾਂ ਹੋਊਗਾ ਆਦਾਨ ਪ੍ਰਦਾਨ। ਪਰ ਇਸ ਤਰ੍ਹਾਂ ਦਾ ਨਹੀਂ ਵੀ ਤੁਸੀਂ ਕਿਸੇ ਦੇਸ਼ ਦੇ ਵਿੱਚ ਚਲੇ ਗਏ, ਉੱਥੇ ਤੁਹਾਨੂੰ ਕੋਈ ਜਾਣਦਾ ਨਹੀਂ, ਤੁਹਾਡੇ ਲਈ ਕਿਸੇ ਨੇ ਦਰਵਾਜ਼ਾ ਖੋਲ੍ਹ ਦਿੱਤਾ, ਜਦੋਂ ਤੁਸੀਂ ਉੱਥੋਂ ਵਾਪਸ ਆਉਣ ਲੱਗੇ ਆ ਤੇ ਪਰਿਵਾਰ ਦੇ ਮੈਂਬਰ ਜਦੋਂ ਵਿਦਾਇਗੀ ਦੇ ਸਮੇਂ ਉੱਤੇ ਤੁਹਾਨੂੰ ਦਰਵਾਜ਼ੇ ਤੇ ਤੋਰਨ ਜਾਂਦੇ ਆ, ਤੇ ਸਾਰਿਆਂ ਦੇ ਸਾਰੇ ਪ੍ਰਾਣੀਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ। ਇਹ ਕਮਾਈ ਹੈ ਜੀ ਅਸਲੀ, ਇਹ ਜ਼ਿੰਦਗੀ ਦੀ ਕਮਾਈ ਹੈ, ਅਸਲੀ ਕਮਾਈ ਹੈ ਜੀ। ਅਸੀਂ ਇਸ ਵਿਰਾਸਤ ਦੀਆਂ ਜਦੋਂ ਆਪਾਂ ਗੱਲਾਂ ਕਰਦੇ ਆ ਤੇ ਸਾਡਾ ਇਹਦੇ ਵੱਲ ਅਸੀਂ ਆਪਣੇ ਆਪ ਵੀ ਕਈ ਵਾਰੀ ਨੈਗੇਟਿਵ ਹੋ ਜਾਂਦੇ ਆ। ਸਾਨੂੰ ਕਿਸੇ ਨੇ ਕਿਸੇ ਨੂੰ ਕਿਤਾਬ ਦਿੱਤੀ, ਭਾਈ ਸਾਹਿਬ ਤੁਸੀਂ ਪੜ੍ਹਦੇ ਆ, ਕਹਿੰਦਾ ਨਹੀਂ ਜੀ ਮੇਰੇ ਕੋਲ ਟਾਈਮ ਹੈ ਨਹੀਂ। ਤੇ ਅਸੀਂ ਕਹਿੰਦੇ ਦੇਖੋ ਜੀ ਕੈਮਰੇ ਵੱਲ ਮੂੰਹ ਕਰਕੇ ਪੰਜਾਬੀਆਂ ਦਾ ਕਿਰਦਾਰ ਦੇਖ ਲਓ, ਇਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ। ਉਹ ਕੋਈ ਇੱਕ ਪ੍ਰਾਣੀ ਹੋਊਗਾ ਜਿਹਨੇ ਕਹਿਤਾ, ਪਤਾ ਨਹੀਂ ਕਿਹੜੇ ਮੂਡ 'ਚੋਂ ਤੁਰਿਆ ਜਾ ਰਿਹਾ, ਕੀ ਪਤਾ ਉਹਨੂੰ ਕਿਤਾਬ ਦਾ ਟਾਈਟਲ ਨਹੀਂ ਪਸੰਦ ਆਇਆ, ਕਿਤਾਬ ਦਾ ਰੰਗ ਨਹੀਂ ਪਸੰਦ ਆਇਆ, ਕਿਤਾਬ ਦੇ ਉੱਪਰਲੇ ਪਾਸੇ ਲੱਗੀ ਹੋਈ ਫੋਟੋ ਨਹੀਂ ਪਸੰਦ, ਜਾਂ ਕਿਸੇ ਕਾਰਨ ਕਰਕੇ ਤੁਹਾਡਾ ਪੁੱਛਣ ਦਾ ਜਿਹੜਾ ਗੱਲ ਕਰਨ ਦਾ ਢੰਗ ਉਹਨੂੰ ਸਹੀ ਅੰਦਾਜ਼ ਨਹੀਂ ਲੱਗਾ ਵੀ ਮੈਂ ਤਾਂ ਕਿਸੇ ਹੋਰ ਪਾਸੇ ਨੂੰ ਤੁਰਿਆ ਜਾ ਰਿਹਾ ਸੀ। ਇਹਨੇ ਆਪਣੇ ਵਿਆਹ ਦੇ ਵਿੱਚ ਇਹਨੂੰ ਬੀਜ ਦਾ ਰੌਲਾ ਕਹਿੰਦੇ ਹੁੰਦੇ ਆ, ਸਮੇਂ ਦੀ ਨਜਾਕਤ ਨਹੀਂ ਸਮਝੀ। ਬਿਲਕੁਲ ਇਹਨੇ ਉਹਦੀ ਆ। ਪਰ ਜਨਰਲੀ ਜੇਕਰ ਤੁਸੀਂ ਕਿਸੇ ਬੰਦੇ ਨੂੰ ਕਿਤਾਬ ਫੜਾਉਂਦੇ ਹੋ, ਜਿਹੜੀ ਮੈਂ ਗੱਲ ਕਹੀ ਆ, ਗੁਰੂ ਨਾਨਕ ਪਾਤਸ਼ਾਹ ਦੀ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ। ਕਿਤਾਬ ਜਦੋਂ ਅਸੀਂ 550ਵੇਂ ਅਵਤਾਰ ਪੁਰਬ ਦੇ ਉੱਤੇ ਵੰਡ ਰਹੇ ਸੀ,
ਜਦੋਂ ਉਹਨਾਂ ਨੂੰ ਕਿਸੇ ਪ੍ਰਾਣੀ ਨੂੰ ਅਸੀਂ ਕਿਤਾਬ ਦਿੰਦੇ ਸੀ, ਸਾਡੇ ਕੋਲ ਆ ਕੇ ਪੁੱਛਦੇ ਸੀ ਕਿਤਾਬ ਕਾਹਦੇ ਬਾਰੇ, ਅਸੀਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਆ, ਇਹਦੇ ਵਿੱਚ ਉਹਨਾਂ ਦੇ ਫਲਸਫੇ ਬਾਰੇ ਆ ਇਸ ਕਿਤਾਬ ਦੇ ਵਿੱਚ ਗੱਲਬਾਤ ਕੀਤੀ ਹੋਈ ਜੀ। ਬਹੁ ਗਿਣਤੀ ਦੇ ਵਿੱਚ ਪਹਿਲਾਂ ਤਾਂ ਪਿੱਛੇ ਹਟ ਕੇ ਉਹ ਜੁੱਤੀ ਲਾਉਣ ਜਾਂਦੇ ਸੀ ਜੀ, ਜੁੱਤੀ ਲਾ ਕੇ ਸਾਡੇ ਕੋਲੋਂ ਕਿਤਾਬ ਫੜ ਕੇ ਪਹਿਲਾਂ ਉਹ ਆਪਣੇ ਸਿਰ ਦੇ ਉੱਤੇ ਰੱਖਦੇ ਸੀ, ਸਿਰ ਤੇ ਰੱਖਣ ਤੋਂ ਬਾਅਦ ਫਿਰ ਛਾਤੀ ਦੇ ਨਾਲ ਲਾ ਕੇ ਘੁੱਟਦੇ ਸੀ ਉਹਨੂੰ, ਜਿੱਦਾਂ ਪਰਿਵਾਰ ਦੇ ਕਿਸੇ ਬੱਚੇ ਨੂੰ ਪਿਆਰ ਕਰਦੇ ਹੁੰਦੇ ਆ। ਬਿਲਕੁਲ ਬਿਲਕੁਲ। ਤੇ ਅਸੀਂ ਕਹਿੰਦੇ ਆ, ਔਰ ਇੱਕ ਗੱਲ ਹੋਰ ਵੀ ਉੱਥੋਂ ਦੀ ਜਿਹੜੀ ਦੇਖੋ ਕਿਤਾਬ ਅਸੀਂ ਵੰਡੀ ਜਿਹੜੀ ਆ ਹਜ਼ਾਰਾਂ ਦੀ ਗਿਣਤੀ ਵਿੱਚ, ਸਮੁੱਚੇ ਦੌਰ ਦੇ ਵਿੱਚ ਅਸੀਂ ਕਹਿੰਦੇ ਵੀ ਲੱਖ ਤੋਂ ਉੱਤੇ ਕਿਤਾਬ ਹੋ ਗਈ ਆ, ਪਰ ਉਹਨਾਂ 4 ਦਿਨਾਂ 'ਚ ਤਾਂ ਨਹੀਂ, ਲੱਖ ਅੱਗੇ ਪਿੱਛੇ ਵੀ ਗਈ ਹੋਊਗੀ। ਸਾਨੂੰ ਇੱਕ ਵੀ ਕਿਤਾਬ ਅਸੀਂ 4 ਜਗ੍ਹਾ ਦੇ ਉੱਤੇ ਵੱਖ ਵੱਖਰੀਆਂ ਥਾਵਾਂ ਦੇ ਉੱਤੇ ਵੰਡਦੇ ਸੀ, ਕਿਸੇ ਪ੍ਰਾਣੀ ਨੇ ਸਾਡੇ ਕੋਲੋਂ ਕਿਤਾਬ ਲੈ ਕੇ ਨਾ ਪੈਰਾਂ 'ਚ ਅਸੀਂ ਰੁਲਦੀ ਦੇਖੀ, ਨਾ ਡਸਟਬਿਨ ਦੇ ਵਿੱਚ ਕਿਤੇ ਡਿੱਗੀ ਹੋਈ ਕਿਤਾਬ ਦੇਖੀ ਆ। ਏਡੀ ਵੱਡੀ ਗਿਣਤੀ ਵਿੱਚ ਤੁਸੀਂ ਕਿਤਾਬ ਵੰਡੀ ਹੋਵੇ, ਔਰ ਇੱਕ ਵੀ ਕਿਤਾਬ ਜਿਹੜੀ ਆ ਕੋਈ ਸਾਡੇ ਕੋਲ ਚੱਕ ਕੇ ਇੱਦਾਂ ਨਾ ਸੱਟ ਗਿਆ ਹੋਵੇ ਵੀ ਇਹਦਾ ਕਿਹੜਾ ਮੈਂ ਕੋਈ ਪੈਸਾ ਦਿੱਤਾ, ਆਮ ਹੀ ਪਰ ਮੋੜ ਤੇ ਰੱਖ ਜਾਂਦਾ ਅਗਲੇ ਤੇ ਅਗਲਾ, ਵੀ ਉਤੋਂ ਚੱਕ ਲਿਆਂਦੀ। ਅਸੀਂ ਇੱਕ ਵੀ ਕਿਤਾਬ, ਕਾਰਨ ਕੀ ਸੀ ਵੀ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜਿਹੜਾ ਕਿਉਂਕਿ ਇੱਕ ਮੂਡ ਹੁੰਦਾ, ਇੱਕ ਔਰਾ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ। ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਔਰਾ ਕ੍ਰੀਏਟ ਹੋਇਆ ਸੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ। ਸਾਨੂੰ ਸੋਝੀ ਦੇਣ ਵਾਲੇ ਅਸੀਂ ਕੌਣ ਹੁੰਦੇ ਆ ਇਹ ਗੱਲ ਕਹਿਣ ਲੱਗੇ ਵੀ ਸਿਰਫ ਅਸੀਂ ਸਾਹਿਤ ਦੀ ਗੱਲ ਕੀਤੀ, ਅਸੀਂ ਸੱਭਿਆਚਾਰ ਦੀ ਗੱਲ ਕੀਤੀ, ਉੱਥੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਸੀ, ਪਰ ਇਹ ਉਹਦੀ ਬਖਸ਼ਿਸ਼ ਸੀ, ਗੁਰੂ ਪਾਤਸ਼ਾਹ ਨੇ ਆਪ ਹੀ ਕਰਾ ਲਈ। ਫਿਰ ਮੇਰੇ ਅਸੀਂ ਕੌਣ ਹੁੰਦੇ ਕਰਨ ਵਾਲੇ? ਨਹੀਂ, ਬਹੁਤ ਸੋਹਣੀ ਬਖਸ਼ਿਸ਼ ਹੈ ਜੀ, ਇਹੋ ਜਿਹੀ ਬਖਸ਼ਿਸ਼ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਹਰ ਇੱਕ ਪ੍ਰਾਣੀ ਤੇ ਆਵੇ ਜੀ, ਜਿਹੜੀ ਤੁਹਾਨੂੰ ਤੇ ਅਕਾਲ ਪੁਰਖ ਨੇ ਤੁਹਾਨੂੰ ਬਖਸ਼ਿਸ਼ ਦਿੱਤੀ ਹੋਈ ਆ। ਸੋ ਦਰਸ਼ਕੋ, ਗੱਲਾਂ ਤਾਂ ਬਹੁਤ ਸਾਰੀਆਂ ਕਰਨੀਆਂ, ਪਰ ਸਾਡਾ ਟੂਰ ਜਿਹੜਾ ਦਿਨਾਂ ਦਿਨ ਟੂਰ ਜਿਹਨੂੰ ਕਹਿੰਦੇ ਹੁੰਦੇ ਆ, ਉਹ ਟੂਰ ਆ। ਤੇ ਅਸੀਂ ਅੱਜ ਇਹਨਾਂ ਦੀ ਮੇਜ਼ਬਾਨੀ ਦਾ ਨਜ਼ਾਰਾ ਲਿਆ, ਇੱਥੇ ਪਹੁੰਚੇ ਇਹਨਾਂ ਕੋਲੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਇਹੋ ਜਿਹਾ ਸੈਟਅਪ ਕਰੀਏ ਵੀ ਜਿਹੜੀਆਂ ਪਿੱਛੇ ਕਿਤਾਬਾਂ ਦਿਸ ਰਹੀਆਂ ਨਾ ਤੁਹਾਨੂੰ, ਇਹਨਾਂ ਕਿਤਾਬਾਂ ਦੇ ਵਿੱਚ ਇਹਨਾਂ ਨੂੰ ਪੜ੍ਹ ਕੇ ਵੀ ਇੱਕ ਬਹੁਤ ਨਜ਼ਾਰਾ, ਪਰ ਇਹਨਾਂ ਦੇ ਪਿੱਛੇ ਵੀ ਇੱਕ ਸਟੋਰੀ ਆ, ਕਿਤਾਬ ਦੀ ਹੋਂਦ ਦੀ ਵੀ ਇੱਕ ਸਟੋਰੀ ਆ। ਸੋ ਬਹੁਤੀਆਂ ਸਾਰੀਆਂ ਗੱਲਾਂ ਆਪਾਂ ਆਉਣ ਵਾਲੇ ਦਿਨਾਂ 'ਚ ਪਰਦਾ ਲਾਹਾਂਗੇ। ਤੁਸੀਂ ਉੱਤੇ ਕਿਤਾਬ ਦੇਖ ਰਹੇ ਹੋ ਗੁਰੂ ਤੀਰਥ ਸਾਈਕਲ ਯਾਤਰਾ, ਤੇ ਇਹਦੀ ਜੋ ਮੈਂ ਸਟੋਰੀ ਸੁਣ ਰਿਹਾ ਸੀ ਇਹਨਾਂ ਤੋਂ, ਸਰਾਏ ਸਾਹਿਬ ਤੋਂ, ਤਾਂ ਮੇਰੇ ਰੌਂਗਟੇ ਖੜੇ ਹੋ ਰਹੇ ਸੀ। ਤੇ ਇਹ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਵਾਅਦਾ ਕੀਤਾ ਵੀ ਜੋ ਸੁਣਾਂਗੇ, ਸੁਣਾਵਾਂਗੇ, ਜੋ ਦੇਖਾਂਗੇ ਉਹ ਦਿਖਾਵਾਂਗੇ। ਇਹ ਸਾਡਾ ਮੋਟੋ ਹੈ ਜੀ ਚੈਨਲ ਦਾ। ਵਾਹ ਜੀ ਵਾਹ। ਵੈਸੇ ਸਿੱਧੂ ਬਾਹਰ ਨਹੀਂ ਸੀ ਜਾਂਦੇ ਵੀ ਜੋ ਅਸੀਂ ਸੁਣਦੇ ਆ ਗਾਂ ਸੁਣਾਉਣੇ ਆ, ਜੋ ਅਸੀਂ ਦੇਖਦੇ ਆ ਉਹ ਦਿਖਾਉਣੇ ਆ, ਸਾਡਾ ਆਪਣਾ ਕੁਝ ਨਹੀਂ। ਫਿਰ ਮੇਰੇ ਉਸ ਤੋਂ ਪਹਿਲਾਂ ਤੁਸੀਂ ਬੰਦ ਕਰ ਦਿਓ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਸ ਗੱਲ ਦੇ ਲਈ ਧੰਨਵਾਦ ਕਰਾਂ ਕਿ ਤੁਸੀਂ ਵਿਦੇਸ਼ਾਂ ਦੀ ਧਰਤੀ ਉੱਤੇ ਆਪਣੇ ਵਤਨ ਦੀ ਮਿੱਟੀ ਤੋਂ ਹਜ਼ਾਰਾਂ ਮੀਲ ਦੂਰ ਰਹਿਣ ਦੇ ਬਾਵਜੂਦ ਵੀ ਆਪਾਂ ਸਾਰੇ ਇਹਨਾਂ ਦੇਸ਼ਾਂ ਦੇ ਵਿੱਚ ਖੱਟਣ ਕਮਾਉਣ ਆਏ ਸੀ। ਕੋਈ ਜੋ ਮਰਜ਼ੀ ਦੱਸੀ ਜਾਵੇ, ਮੈਂ ਗੱਲ ਤੁਹਾਨੂੰ ਜਿਹੜੀ ਮੇਰੇ ਦਿਲ 'ਚ ਆ ਮੈਂ ਉਹ ਗੱਲ ਕਰਦਾ ਇਹਨਾਂ ਦੇਸ਼ਾਂ ਦੇ ਵਿੱਚ, ਪਰ ਤੁਸੀਂ ਉਸ ਗੱਲ ਨੂੰ ਇੱਕ ਸਾਈਡ ਦੇ ਉੱਤੇ ਛੱਡ ਕੇ ਆਪਣੀ ਬੋਲੀ ਦੀ, ਆਪਣੀ ਵਿਰਾਸਤ ਦੀ, ਆਪਣੇ ਸੱਭਿਆਚਾਰ ਦੀ, ਜਾਂ ਜਿਹੜੀਆਂ ਕਦਰਾਂ ਕੀਮਤਾਂ, ਉਹਦੀ ਗੱਲ ਨਿੱਠ ਕੇ ਕਰਨੀ ਸ਼ੁਰੂ ਕੀਤੀ ਆ। ਤੇ ਉਹਦਾ ਰਿਸਪੌਂਸ ਜਿਹੜਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਫਸਲ ਆ ਜਦੋਂ ਕਿਸਾਨ ਬੀਜਦਾ ਜੀ, ਬਿਲਕੁਲ ਉਹਦਾ ਰਿਜ਼ਲਟ ਤਾਂ 6 ਮਹੀਨੇ ਬਾਅਦ ਆ ਜਾਂਦਾ, ਕਿਸੇ ਦਾ 3 ਮਹੀਨੇ ਬਾਅਦ ਆ ਜਾਂਦਾ। ਫਸਲ ਆ, ਮੈਂ ਅੰਗੂਰਾਂ ਦੀ ਖੇਤੀ ਦੀ ਆਪਾਂ ਗੱਲ ਕਰਦੇ ਸੀ, ਉਹਦੇ ਵਿੱਚ 6 ਤੋਂ ਵੱਧ ਵੀ ਸਮਾਂ ਲੱਗ ਸਕਦਾ ਕਿਸੇ ਵੀ ਫਸਲ ਲਈ। ਕਈ ਵਾਰੀ ਕੋਈ ਫਲਦਾਰ ਬੂਟਾ ਲਾਇਆ ਜਾ ਸਕਦਾ, ਉਹ ਹੋ ਸਕਦਾ ਉਹਦੇ 2-3 ਸਾਲ ਪਹਿਲੇ ਇਨੀਸ਼ੀਅਲ ਸਟੇਜ 'ਤੇ ਉਹਦਾ ਕੋਈ ਫਲ ਨਾ ਉਹਦਾ ਮਿਲੇ, ਪਰ ਕਿਸਾਨ ਉਹਦੀ ਸੇਵਾ ਫੇਰ ਵੀ, ਲੁੱਕ ਆਫਟਰ ਫੇਰ ਵੀ ਕਰੀ ਜਾਂਦਾ, ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ ਦੇਈ ਜਾਂਦਾ। ਇਸੇ ਤਰ੍ਹਾਂ ਜਿਹੜਾ ਤੁਹਾਡੇ ਦੁਆਰਾ ਕੀਤਾ ਹੋਇਆ ਕੰਮ ਆ, ਆਪਾਂ ਨੂੰ ਇਮੀਡੀਏਟਲੀ ਸ਼ਾਇਦ ਉਹਦੇ ਨਤੀਜੇ ਨਾ ਨਜ਼ਰ ਆਉਣ, ਪਰ ਇਹ ਗੱਲ ਮੈਂ ਯਕੀਨ ਦੇ ਨਾਲ ਕਹਿ ਸਕਦਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਜਦੋਂ ਇਸ ਦੌਰ ਦੇ ਵਿੱਚ, ਜਿਸ ਨੂੰ ਅਸੀਂ ਬਹੁਤ ਹਫੜਾ ਦਬੜੀ ਦਾ ਦੌਰ ਕਹਿੰਦੇ ਹਾਂ ਜੀ, ਜਦੋਂ ਇਸ ਦੌਰ ਵੱਲ ਝਾਤੀ ਮਾਰਨਗੀਆਂ, ਤੇ ਉਹਨਾਂ ਦੇ ਵਿੱਚ ਤੁਹਾਡੇ ਵਰਗੀਆਂ ਸ਼ਖਸੀਅਤਾਂ ਵਤਨ ਦੀ ਮਿੱਟੀ ਤੋਂ ਜਿਹੜੀਆਂ ਹਜ਼ਾਰਾਂ ਮੀਲ ਦੂਰ ਰਹਿ ਕੇ ਕੰਮ ਕਰ ਰਹੀਆਂ, ਉਹਨਾਂ ਦਾ ਨਾਮ ਵੀ ਆਇਆ ਕਰੂਗਾ, ਤੇ ਉਹ ਪਤਾ ਨਹੀਂ ਕਿੰਨੇ ਸੰਸਾਰਕ ਪ੍ਰਾਣੀਆਂ ਦੇ ਵਾਸਤੇ ਸੋਰਸ ਆਫ ਇੰਸਪੀਰੇਸ਼ਨ ਬਣ ਗਿਆ। ਇਸ ਗੱਲ ਦੇ ਲਈ ਮੈਂ ਜਿੰਨਾ ਵੀ ਤੁਹਾਡਾ ਧੰਨਵਾਦ ਕਰਾਂ ਉਹ ਥੋੜ੍ਹਾ, ਤੇ ਤੁਹਾਡੇ ਨਾਲ ਜੁੜੀ ਹੋਈ ਬਾਕੀ ਦੀ ਜਿਹੜੀ ਟੀਮ ਆ, ਔਰ ਇਹਨਾਂ ਦੇਸ਼ਾਂ ਦੇ ਵਿੱਚ ਵੀ, ਜਿਹੜੇ ਦੇਸ਼ ਦੇ ਵਿੱਚ ਜਿਹੜੇ ਤੁਸੀਂ ਟੂਰ ਦੇ ਉੱਤੇ ਆਏ ਹੋ, ਤੁਹਾਨੂੰ ਵੱਖੋ ਵੱਖਰੀਆਂ ਜ਼ਾਤਾਂ ਦੇ, ਵੱਖੋ ਵੱਖਰੇ ਗੋਤਿਆਂ ਦੇ, ਵੱਖੋ ਵੱਖਰੇ ਖਿੱਤਿਆਂ ਦੇ, ਵੱਖੋ ਵੱਖਰੇ ਧਰਮਾਂ ਵਾਲੇ ਪੰਜਾਬੀ ਮਿਲਣਗੇ, ਤੇ ਉਹ ਸਾਰੇ ਹੀ ਜਦੋਂ ਤੁਹਾਡੇ ਨਾਲ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ, ਕਦਰਾਂ ਕੀਮਤਾਂ ਦੀ, ਬੋਲੀ ਦੀ, ਵਿਰਾਸਤ ਦੀ ਗੱਲ ਕਰਨਗੇ, ਤੇ ਕੁਦਰਤੀ ਤੌਰ ਦੇ ਉੱਤੇ ਤੁਸੀਂ ਵੀ ਇੱਥੋਂ ਕੁਝ ਲੈ ਕੇ ਜਾਓਗੇ। ਫਿਰ ਮੈਂ ਤਾਂ ਜਿਹੜਾ ਮੇਰਾ ਕੰਮ ਕਰਨ ਦਾ ਢੰਗ ਆ, ਉਹ ਵੱਖਰੇ ਢੰਗ ਦੇ ਨਾਲ ਹੀ ਕਰੀ ਜਾਂਦੇ, ਕਿਉਂਕਿ ਢੰਗ ਵੱਖੋ ਵੱਖਰਾ ਹੋ ਸਕਦਾ, ਰਹਿਣ ਸਹਿਣ, ਖਾਣ ਪੀਣ, ਪਹਿਨਣ ਪਚਣ ਦਾ ਥੋੜ੍ਹਾ ਬਹੁਤਾ ਇੱਕ ਦੂਸਰੇ ਤੋਂ ਵੱਖਰਾ ਹੋ ਸਕਦਾ, ਪਰ ਅਸਲ ਵਿੱਚ ਗੱਲ ਆਪਾਂ ਸਾਰੇ ਉਹੀ ਕਰਨੀ ਚਾਹੁੰਦੇ ਹਾਂ। ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ। ਨਹੀਂ, ਬਹੁਤ ਮਿਹਰਬਾਨੀ ਜੀ। ਤੇ ਸਾਡੇ ਟੂਰ ਦਾ ਨਾਮ ਵੀ ਇੱਕ ਕਿਸਮ ਦਾ ਲਰਨਿੰਗ ਟੂਰ ਹੈ ਜੀ, ਸਿੱਖਣ ਆਏ ਹਾਂ ਤੇ ਬਹੁਤ ਕੁਝ ਸਿੱਖ ਕੇ ਜਾਵਾਂਗੇ। ਮੈਂ ਕਈ ਵਾਰੀ ਕਹਿ ਦਿੰਦਾ, ਮੈਂ ਇੱਕ ਠੋਕ ਕੇ ਕਹਿਣਾ, ਜਿੰਨਾ ਮਰਜ਼ੀ ਜ਼ੋਰ ਲਾ ਲਿਓ ਫਿਰ ਵੀ ਅਸੀਂ ਸਿੱਖਾਂਗੇ ਤੁਹਾਡੇ, ਜਿੰਨਾ ਕੁਝ ਜਿੰਨਾ ਮਰਜ਼ੀ ਰੋਕ ਲਿਓ। ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਦਰਸ਼ਕਾਂ ਦੀ, ਤੇ ਬਹੁਤ ਮਿਹਰਬਾਨੀ ਸਰਾਏ ਸਾਹਿਬ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।